24 ਅਪ੍ਰੈਲ ਸਨਿਚਰਵਾਰ ਦੀ ਸ਼ਾਮ ਹੈ। ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਸਾਰੇ ਹੀ ਦਰਸ਼ਕਾਂ ਨੂੰ ਬਲਜਿੰਦਰ ਸਿੰਘ ਅਟਵਾਲ ਵੱਲੋਂ ਸਤਿ ਸ੍ਰੀ ਅਕਾਲ। ਆਪ ਸਾਰਿਆਂ ਦਾ ਹੀ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਅਹਿਮ ਅਤੇ ਵਿਸਥਾਰ ਦੇ ਵਿੱਚ ਗੱਲਬਾਤ ਹੋਣੀ ਹੈ, ਜਿਸ ਦੀ ਤੁਸੀਂ ਕਈ ਦਿਨਾਂ ਤੋਂ ਉਡੀਕ ਕਰ ਰਹੇ ਹੋ, ਉਸ ਬਾਰੇ ਸੁਣ ਰਹੇ ਹੋ। ਅਸੀਂ ਦਿਨ ਤਿਉਹਾਰ ਬੜੀ ਸ਼ਰਧਾ ਦੇ ਨਾਲ ਕਈ ਵਾਰੀ ਮਨਾਉਂਦੇ ਹਾਂ, ਉਤਸ਼ਾਹ ਦੇ ਨਾਲ ਮਨਾਉਂਦੇ ਹਾਂ, ਚਾਹੇ ਗੁਰਪੁਰਬ ਹਨ, ਚਾਹੇ ਦਿਨ ਤਿਉਹਾਰ ਹਨ। ਇਹਨਾਂ ਨੂੰ ਮਨਾਉਣ ਦਾ ਮਨੋਰਥ ਕੀ ਹੁੰਦਾ ਹੈ, ਇਹਨਾਂ ਦਾ ਉਦੇਸ਼ ਕੀ ਹੈ, ਸੁਨੇਹਾ ਕੀ ਹੈ। ਗੁਰੂ ਸਾਹਿਬਾਨ ਨੇ ਚਾਹੇ ਸਿੱਖ ਇਜ਼ਮ ਦੀ ਗੱਲ ਕਰ ਲਓ, ਸਿੱਖੀ ਦੀ ਗੱਲ ਕਰ ਲਓ, ਚਾਹੇ ਖਾਲਸਾ ਪੰਥ ਦੀ, ਜਿਹੜੀ ਇਸ ਦੀ ਸਿਰਜਣਾ ਕੀਤੀ ਗਈ, ਇੱਕ ਚੰਗੇ ਸਮਾਜ ਦੀ ਸਿਰਜਣਾ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ, ਜਿਸ ਦਾ ਉਦੇਸ਼ ਇਹ ਸੀ ਕਿ ਸੱਚ ਦਾ ਵਰਤਾਰਾ ਹੋਵੇ ਔਰ ਚੰਗੇ ਸਮਾਜ ਦੇ ਵਿੱਚ ਹੱਕ ਅਤੇ ਇਨਸਾਫ ਦੀ ਗੱਲ ਹੋਵੇ। ਸਾਰੇ ਹੀ ਲੋਕ ਜਿਹੜੇ ਹਨ ਆਪਣੇ ਹੱਕਾਂ ਦੀ ਵਰਤੋਂ ਕਰਨ ਅਤੇ ਆਪਣੇ ਜਿਹੜੇ ਫਰਜ਼ ਹਨ ਉਹਨਾਂ ਦੀ ਪੂਰਤੀ ਕਰਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਦੇ ਵਾਸਤੇ ਵਿਸਾਖੀ ਦਾ ਦਿਹਾੜਾ ਚੁਣਿਆ। ਕੀ ਇਹ ਕੌਤਕ ਸੀ ਜਾਂ ਫਿਰ ਇਹ ਪਲੈਨਡ ਪ੍ਰੋਗਰਾਮ ਸੀ? ਦੇਸ਼ ਦੇ ਕੋਨੇ-ਕੋਨੇ ਦੇ ਵਿੱਚੋਂ 80,000 ਲੋਕਾਂ ਦਾ ਇਕੱਠ, ਉਹ ਵੀ ਉਸ ਸਮੇਂ ਦੇ ਵਿੱਚ ਕਿਵੇਂ ਸੰਭਵ ਹੋਇਆ? ਕਿਸਾਨ ਅਤੇ ਮਜ਼ਦੂਰ ਜਿਹੜੇ ਕਿ ਲਤਾੜੇ ਹੋਏ ਸਨ, ਇੱਕ ਗੁਲਾਮਾਂ ਦੀ ਤਰ੍ਹਾਂ ਕੰਮ ਕਰ ਰਹੇ ਸਨ, ਉਹਨਾਂ ਨੂੰ ਕਿਵੇਂ ਜਾਗਰੂਕ ਕੀਤਾ? ਉਹਨਾਂ ਦੇ ਵਿੱਚ ਕਿਵੇਂ ਇੰਨੀ ਤਾਕਤ ਭਰੀ ਕਿ ਉਹਨਾਂ ਨੂੰ ਜ਼ਮੀਨਾਂ ਦੇ ਵਾਰਸ ਬਣਾਇਆ, ਮਾਲਕ ਬਣਾਇਆ, ਜ਼ਿਮੀਂਦਾਰ ਬਣਾਇਆ? ਇਸ ਵਿਸ਼ੇ ਦੇ ਉੱਤੇ ਇੱਕ ਵਿਸ਼ੇਸ਼ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਣੀ ਹੈ। ਬੜੀ ਡਿਟੇਲ ਦੇ ਵਿੱਚ ਇਹ ਗੱਲਬਾਤ ਹੋਣੀ ਹੈ, ਜਿਸ ਤੋਂ ਬਾਅਦ ਇਸ ਦੀ ਚਰਚਾ ਵੀ ਛਿੜੇਗੀ ਔਰ ਇਸ ਦੇ ਵਿੱਚ ਅਪੀਲ ਵੀ ਕੀਤੀ ਗਈ ਹੈ ਸਾਡੇ ਬੁੱਧੀਜੀਵੀਆਂ ਨੂੰ, ਜਿੰਨੇ ਵੀ ਸਾਡੇ ਸਿੱਖ ਹਿਸਟੋਰੀਅਨ ਹਨ, ਤਾਂ ਕਿ ਖੁੱਲ੍ਹ ਕੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੋ ਸਕੇ, ਜਿਹੜੀ ਕਿ ਪਹਿਲਾਂ ਬਹੁਤ ਘੱਟ ਹੋਈ ਹੈ। ਜੇ ਤੁਸੀਂ ਇਹ ਪ੍ਰੋਗਰਾਮ ਵਿਜ਼ਨ TV ਤੇ ਵੇਖ ਰਹੇ ਹੋ ਤਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਗੱਲਬਾਤ ਤਕਰੀਬਨ 5-7 ਮਿੰਟ ਤੱਕ ਸ਼ੁਰੂ ਹੋਣੀ ਹੈ। ਉਹਨਾਂ ਚਿਰ ਤੁਸੀਂ ਆਪਣੇ ਜਾਣਕਾਰਾਂ ਨੂੰ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਫੋਨ ਕਰਕੇ ਜ਼ਰੂਰ ਦੱਸ ਦਿਓ ਕਿ ਜੇ ਉਹ ਪ੍ਰੋਗਰਾਮ ਨਹੀਂ ਵੇਖ ਰਹੇ ਤਾਂ ਆਪਣੇ ਟੈਲੀਵਿਜ਼ਨ ਔਨ ਕਰ ਲੈਣ, ਕਿਉਂਕਿ ਇਹ ਬਹੁਤ ਹੀ ਅਹਿਮ ਗੱਲਬਾਤ ਹੈ। ਉਹਨਾਂ ਚਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਕਵੀਸ਼ਰੀ ਸੁਣਦੇ ਹਾਂ। ਮਹਾਰਾਣੀ ਜਿੰਦ ਕੌਰ ਦੀ ਜਿਹੜੀ ਦਰਦ ਭਰੀ ਦਾਸਤਾਨ ਹੈ, ਉਸ ਦੇ ਵਿੱਚੋਂ ਇਹ ਕਵੀਸ਼ਰੀ ਜਿਹੜੀ ਕਿ ਸਰਦਾਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਉਹਨਾਂ ਦੀ ਲਿਖੀ ਹੋਈ ਹੈ, ਪੇਸ਼ ਕਰ ਰਹੇ ਹਨ ਸਰਦਾਰ ਚਮਕੌਰ ਸਿੰਘ ਸੇਖੋਂ ਅਤੇ ਨਵਦੀਪ ਸਿੰਘ ਮੰਡੀ ਕਲਾਂ। ਚਨਾਰ ਦੇ ਕਿਲੇ ਵਿੱਚੋਂ ਗੋਲੀ ਦਾ ਭੇਸ ਧਾਰ ਕੇ ਮਹਾਰਾਣੀ ਜਿੰਦ ਕੌਰ ਜੰਗਲਾਂ ਵਿੱਚ ਜਿਵੇਂ ਰੁਲਦੀ ਫਿਰਦੀ ਹੈ, ਉਸ ਨੂੰ ਚਮਕੌਰ ਸਿੰਘ ਸੇਖੋਂ ਤੇ ਨਵਦੀਪ ਸਿੰਘ ਮੰਡੀ ਕਲਾਂ ਇੰਜ ਬਿਆਨ ਕਰਦੇ ਹਨ। ਬੇਨ ਬੇੜੀ ਤੇ ਤੁਲਿਓ ਤਰਦੀ ਜਾਂਦੀ ਨਦੀਆਂ ਨਾਲੇ, ਰੇਸ਼ਮ ਤੋਂ ਕੂਲਿਆਂ ਦੇ ਪੈ ਗਏ ਪੈਰਾਂ ਦੇ ਵਿੱਚ ਛਾਲੇ। ਪੱਗ ਡੰਡੀ ਲੱਭਦੀ ਨਾ ਉਸਨੇ ਖਾਕ ਬਥੇਰੀ ਛਾਣੀ, ਵਿੱਚ ਰੁਲਦੀ ਜੰਗਲ ਦੇ ਦੀ ਰਣਜੀਤ ਸਿੰਘ ਦੀ ਰਾਣੀ। ਇੱਕ ਜੋਗ ਜੁਦਾਈ ਦੀ ਕੁੱਟੀ ਖੂਨ ਜਿਗਰ ਦਾ ਚੂਸੇ, ਨਾ ਵਾਕਫ ਰਸਤੇ ਤੋਂ ਖਾਂਦੀ ਜਾਂਦੀ ਪੰਬਲ ਪੂਸੇ। ਤਾਂ ਮਾਰੀ ਅੰਬਰ ਨੇ ਉਸ ਦੀ ਸੁਣ ਕੇ ਦਰਦ ਕਹਾਣੀ, ਵਿੱਚ ਰੁਲਦੀ ਜੰਗਲ ਦੇ ਦੀ ਰਣਜੀਤ ਸਿੰਘ ਦੀ ਰਾਣੀ। ਪਿੱਛੇ ਡਰ ਦੁਸ਼ਮਣ ਦਾ, ਅੱਗੇ ਕੋਈ ਨਹੀਂ ਨਿਸ਼ਾਨਾ, ਛਾਂ ਵੀ ਨਾ ਸਾਥ ਰਹੀ ਜਿੰਦੜੀ ਕੱਲੀ ਦੇਸ਼ ਬਗਾਨਾ। ਕੋਈ ਸਾਥੀ ਮਹਿਰਮ ਨਾ, ਕੋਈ ਸਾਥੀ ਮਹਿਰਮ ਨਾ, ਰੋਂਦੀ ਜਾਂਦੀ ਦਰਦ ਰੰਜਾਣੀ, ਵਿੱਚ ਰੁਲਦੀ ਜੰਗਲ ਦੇ ਦੀ ਰਣਜੀਤ ਸਿੰਘ ਦੀ ਰਾਣੀ। ਛੱਡ ਰਾਜ ਸਿੰਘਾਸਣ ਨੂੰ, ਡਿੱਗ ਪਿਆ ਧਰਤੀ ਦੇ ਥੱਲੇ, ਢਿੱਡ ਦੀ ਅੱਗ ਝੁਲਕਣ ਨੂੰ ਉਸਦੇ ਆਟਾ ਸੇਰ ਨਾ ਪੱਲੇ। ਲਾਲਾਂ ਦੀ ਮਾਲਕ ਦੇ ਕੋਲੇ ਰਾਸ ਨਾ ਕੌਡੀ ਕਾਣੀ, ਵਿੱਚ ਰੁਲਦੀ ਜੰਗਲ ਦੇ ਦੀ ਰਣਜੀਤ ਸਿੰਘ ਦੀ ਰਾਣੀ। ਪਾਵੀ ਦੇ ਗੇੜਾਂ ਨੇ ਰੋਲੇ ਕੱਖਾਂ ਵਾਂਗ ਪੈਗੰਬਰ, ਉਸ ਦੁਖੀਆ ਔਰਤ ਨੂੰ ਚੱਲੇ ਨਾ ਧਰਤੀ ਨਾ ਅੰਬਰ। ਸੀ ਟੋਲੀ ਸਖੀਆਂ ਦੀ ਹਰਦਮ ਰਹਿੰਦੀ ਪੈਂਦ ਸਰਾਣੀ, ਹਰਦਮ ਰਹਿੰਦੀ ਪੈਂਦ ਸਰਾਣੀ।
ਵਿੱਚ ਰੁਲਦੀ ਜੰਗਲ ਦੇ ਤੀ ਰਣਜੀਤ ਸਿੰਘ ਦੀ ਰਾਣੀ। ਸਨ ਵਫਾਦਾਰ ਫੌਜੀ ਨਿਉ ਨਿਉ ਦਿੰਦੇ ਰੋਜ਼ ਸਲਾਮੀ। ਬਾਦ ਮਰੇ ਬਾਦਸ਼ਾਹ ਦੇ ਉਹ ਵੀ ਬਣ ਗਏ ਨਿਮਕ ਹਰਾਮੀ। ਦੁੱਧ ਪੀ ਕੇ ਸੱਪ ਬਣ ਗਈ ਭੈੜੀ ਡੋਗਰਿਆਂ ਦੀ ਢਾਣੀ। ਵਿੱਚ ਰੁਲਦੀ ਜੰਗਲ ਦੇ ਤੀ ਰਣਜੀਤ ਸਿੰਘ ਦੀ ਰਾਣੀ। ਇੱਕ ਰਾਜ ਭਾਗ ਖੁੱਸਿਆ ਦੂਜੇ ਪੁੱਤ ਦਾ ਪਿਆ ਵਿਛੋੜਾ। ਤੀਆ ਮੌਤ ਪਤੀ ਦੀ ਦਾ ਸੀਗਾ ਨਾਜ਼ੁਕ ਦਿਲ ਤੇ ਫੋੜਾ। ਖੜ ਸਿਜਦੇ ਕਰਦਾ ਸੀ ਜਿਸ ਨੂੰ ਪੰਜ ਦਰਿਆ ਦਾ ਪਾਣੀ। ਵਿੱਚ ਰੁਲਦੀ ਜੰਗਲ ਦੇ ਤੀ ਰਣਜੀਤ ਸਿੰਘ ਦੀ ਰਾਣੀ। ਉਹ ਨੂਰ ਖਵਾ ਚੱਲੀ ਜਿਹੜਾ ਸੀ ਹੀਰਾਨ ਮੁੱਲਾ। ਤੀ ਜਦ ਬਾਗ ਬਹਾਰ ਖਿੜੀ ਧਰ ਗਿਆ ਪੱਟ ਖਿਜ਼ਾਂ ਦਾ ਬੁੱਲਾ। ਕੁਦਰਤ ਉਸ ਪ੍ਰਭੂ ਦੀ ਜਾਂਦੀ ਨਾ ਬੰਦੇ ਤੋਂ ਜਾਣੀ। ਵਿੱਚ ਰੁਲਦੀ ਜੰਗਲ ਦੇ ਤੀ ਰਣਜੀਤ ਸਿੰਘ ਦੀ ਰਾਣੀ। ਦਰ ਦਰ ਭਿਖ ਮੰਗਦੀ ਹੈ ਕੱਲ ਸੀ ਰਾਜ ਭਾਗ ਦੀ ਵਾਰਸ। ਕੀਤਾ ਗਦਾਰਾਂ ਨੇ ਫੁੱਟੀ ਕੌਡੋਂ ਸਸਤਾ ਪਾਰਸ। ਜਦ ਮੋਤੀ ਵੰਡਦੀ ਸੀ ਚੇਤੇ ਆ ਗਈ ਯਾਦ ਪੁਰਾਣੀ। ਚੇਤੇ ਆ ਗਈ ਯਾਦ ਪੁਰਾਣੀ। ਵਿੱਚ ਰੁਲਦੀ ਜੰਗਲ ਦੇ ਤੀ ਰਣਜੀਤ ਸਿੰਘ ਦੀ ਰਾਣੀ। ਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਉਹ ਗੱਲਬਾਤ ਪੇਸ਼ ਕਰੀਏ ਜਿਸ ਦੀ ਆਪਾਂ ਚਰਚਾ ਕਰਦੇ ਆ ਰਹੇ ਹਾਂ। ਬਹੁਤ ਹੀ ਅਹਿਮ ਗੱਲਬਾਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਬਾਰੇ, ਉਹਨਾਂ ਦੇ ਖਾਲਸੇ ਦੇ ਬਾਰੇ, ਵਿਸਾਖੀ ਦੇ ਬਾਰੇ, ਕਿਸਾਨਾਂ ਅਤੇ ਮਜ਼ਦੂਰਾਂ ਦੀ ਗੱਲ, ਹੱਕ ਅਤੇ ਇਨਸਾਫ ਦੀ ਗੱਲ, ਖੁਸ਼ਹਾਲ ਸਮਾਜ ਦੀ ਗੱਲ। ਇਹ ਗੱਲਬਾਤ ਵਿਸਥਾਰ ਦੇ ਵਿੱਚ ਲੈ ਕੇ ਹਾਜ਼ਰ ਹਨ ਹਰਜਿੰਦਰ ਸਿੰਘ ਥਿੰਦ ਅਤੇ ਮੁੱਖ ਮਹਿਮਾਨ ਹਨ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ। ਇਹ ਗੱਲਬਾਤ ਵਿਸਥਾਰ ਦੇ ਵਿੱਚ ਹੋਵੇਗੀ ਅਤੇ ਮੈਂ ਚਾਹੁੰਦਾ ਹਾਂ ਕਿ ਇਸ ਨੂੰ ਇੰਟਰਪਟ ਨਾ ਕੀਤਾ ਜਾਵੇ। ਬਿਨਾਂ ਕਿਸੇ ਕਮਰਸ਼ੀਅਲ ਬ੍ਰੇਕ ਦੇ ਇਹ ਪੂਰੀ ਦੀ ਪੂਰੀ ਗੱਲਬਾਤ ਤੁਹਾਡੇ ਵਾਸਤੇ ਹਾਜ਼ਰ ਹੈ। ਗੱਲਬਾਤ ਚੱਲਣੀ ਹੈ ਖਾਲਸੇ ਦੇ ਸਿਰਜਣਾ ਦਿਵਸ ਦੀ। ਵਿਸਾਖੀ ਨੂੰ ਜਦੋਂ ਅਸੀਂ ਸੈਲੀਬ੍ਰੇਟ ਕਰਦੇ ਹਾਂ, ਵਿਸਾਖੀ ਮਨਾਉਂਦੇ ਹਾਂ, ਤਾਂ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਸਿੱਖ ਧਰਮ ਦੇ ਮਤਲਬ ਗੱਲਬਾਤ ਚੱਲਦੀ ਹੈ ਅਤੇ ਖਾਲਸੇ ਦੀ ਸਾਜਨਾ ਦਿਵਸ ਦੀ ਗੱਲਬਾਤ ਚੱਲਦੀ ਹੈ। ਜਿਸ ਸਮੇਂ ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਅਤੇ ਪੰਜ ਪਿਆਰੇ ਸਾਜਣ ਤੋਂ ਪਿੱਛੋਂ ਉਹਨਾਂ ਨੇ ਇੱਕ ਇਕੁਐਲਿਟੀ ਦਾ ਸਿਧਾਂਤ ਦੇਣ ਦੇ ਨਾਲ ਨਾਲ ਇਹ ਵੀ ਕਿਹਾ ਕਿ ਸੰਗਤ ਸਭ ਤੋਂ ਵੱਡੀ ਹੈ। ਫਿਰ ਉਹਨਾਂ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ। ਸੋ ਇਸ ਸਿਧਾਂਤ ਦੇ ਅਧੀਨ ਉਹਨਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਕਿ ਜਿਹੜੇ ਲੋਕ ਨੇ, ਜਿਹੜੀ ਪਬਲਿਕ ਹੈ, ਉਹ ਸਭ ਤੋਂ ਵੱਡੀ ਹੈ। ਇਸ ਦੇ ਵਿੱਚ ਡੈਮੋਕ੍ਰੇਸੀ ਦਾ ਬੀਜ ਬਹੁਤ ਸਾਲ ਪਹਿਲਾਂ ਉਹਨਾਂ ਨੇ ਉਸ ਵੇਲੇ ਬੀਜ ਦਿੱਤਾ ਜਦੋਂ ਉਹਨਾਂ ਨੇ ਪੰਜ ਪਿਆਰੇ ਸਾਜੇ ਅਤੇ ਇਹ ਕਿਹਾ ਕਿ ਸੰਗਤ ਪਬਲਿਕ ਸਭ ਤੋਂ ਵੱਡੀ ਹੈ ਅਤੇ ਉਹਨਾਂ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ। ਹੁਣ ਬਹੁਤੇ ਲੋਕ ਇਸ ਨੂੰ ਧਾਰਮਿਕ ਐਂਗਲ ਤੋਂ ਹੀ ਦੇਖਦੇ ਨੇ। ਜਦੋਂ ਖਾਲਸੇ ਦੀ ਸਿਰਜਣਾ ਕੀਤੀ ਗਈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਦੇ ਵਿੱਚ ਕੀ ਗੱਲ ਸੀ? ਆਮ ਲੋਕ ਇਸ ਦੇ ਉੱਤੇ ਸਾਨੂੰ ਢਾਡੀਆਂ ਨੇ, ਧਾਰਮਿਕ ਬੰਦਿਆਂ ਨੇ ਇਹੀ ਦੱਸਿਆ ਕਿ ਉਹ ਇਸ ਸਿੱਖ ਧਰਮ ਦੇ ਵਿੱਚ ਇੱਕ ਨਵੀਂ ਲਹਿਰ ਪੈਦਾ ਕਰਨਾ ਚਾਹੁੰਦੇ ਸਨ। ਅੱਜ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸਾਨੂੰ ਸਮਝਾਉਣਗੇ ਕਿ ਕਿਸ ਤਰੀਕੇ ਨਾਲ ਇਹ ਖਾਲਸੇ ਦੀ ਸਿਰਜਣਾ ਸਿਰਫ ਇੱਕ ਧਾਰਮਿਕ ਲਹਿਰ ਨਹੀਂ ਸੀ, ਸਗੋਂ ਇਸ ਦੇ ਨਾਲ ਨਾਲ ਉਹਨਾਂ ਨੇ ਉਸ ਸਮੇਂ ਦੇ ਜਗੀਰਦਾਰੀ ਢਾਂਚੇ ਨੂੰ ਖਤਮ ਕਰਨਾ ਚਾਹਿਆ ਅਤੇ ਆਮ ਲੋਕਾਂ ਨੂੰ ਸੋਸ਼ਲ ਜਸਟਿਸ ਮਿਲ ਸਕੇ, ਇਸ ਦੀ ਬਾਕਾਇਦਾ ਤੌਰ 'ਤੇ ਸਿੱਖਿਆ ਦਿੱਤੀ। ਅੱਜ ਪ੍ਰੋਫੈਸਰ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਹੋਏਗੀ। ਪ੍ਰੋਫੈਸਰ ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੈਲਕਮ। ਹਾਂਜੀ, ਥੈਂਕ ਯੂ ਥਿੰਦ ਸਾਹਿਬ। ਥਿੰਦ ਸਾਹਿਬ, ਅਸਲ 'ਚ ਇਹ ਪ੍ਰੋਗਰਾਮ ਕਰਨ ਤੋਂ ਪਹਿਲਾਂ ਮੈਂ ਇੱਕ
ਜਾਂ ਕਹਿ ਲਓ ਸਿੱਖ ਵਿਦਵਾਨਾਂ ਨੂੰ, ਇਤਿਹਾਸਕਾਰਾਂ ਨੂੰ, ਦਾਨਿਸ਼ਮੰਦਾਂ ਨੂੰ, ਬੁੱਧੀਜੀਵੀਆਂ ਨੂੰ ਇੱਕ ਅਪੀਲ ਵੀ ਕਰਨੀ ਚਾਹੁੰਦਾ ਵੀ ਆਹ ਜਿਸ ਐਂਗਲ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਇਹਦੇ ਉੱਤੇ ਜ਼ਿਆਦਾ ਹੋਰ ਖੋਜ ਕਰੋ, ਇਹਦੇ ਉੱਤੇ ਜ਼ਿਆਦਾ ਕੰਮ ਕੀਤਾ ਜਾਵੇ। ਇਹ ਪੱਖ ਜਿਹੜਾ ਹੈਗਾ, ਜਿਹੜਾ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਪਰਸਨੈਲਿਟੀ ਦਾ, ਗੁਰੂ ਸਾਹਿਬ ਜੀ ਦਾ ਸਭ ਤੋਂ ਮਹੱਤਵਪੂਰਨ ਪੱਖ ਆ, ਇਹਨੂੰ ਉਜਾਗਰ ਕੀਤਾ ਜਾਵੇ, ਜਿਹੜਾ ਕਿ ਅਜੇ ਤੱਕ ਉਜਾਗਰ ਨਾ ਮਾਤਰ ਕੀਤਾ ਗਿਆ ਜਾਂ ਕੀਤਾ ਹੀ ਨਹੀਂ ਗਿਆ ਜਾ ਕੇ। ਸੋ ਇਸ ਕਰਕੇ ਇੱਕ ਤਾਂ ਇਹ ਅਪੀਲ ਆ ਵੀ ਇਸ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਸੁਣ ਲੈਣ, ਸੁਣ ਕੇ ਇਹਦੇ ਵਿੱਚੋਂ ਦੇਖਣ ਔਰ ਇਹਦੇ ਉੱਤੇ ਰਿਸਰਚ ਦਾ ਕੰਮ ਕਰ। ਦੇਖੋ ਮੈਂ ਹਿਸਟਰੀ ਦਾ ਵਿਦਵਾਨ ਨਹੀਂ ਹੈ, ਮੈਂ ਹਿਸਟਰੀ ਦਾ ਸਟੂਡੈਂਟ ਹਾਂ। ਮੈਂ ਇੱਕ ਜਿਹੜਾ ਸਟੂਡੈਂਟ ਹੋਣ ਦੇ ਨਾਤੇ ਜਿਹੜੇ ਬੜੇ ਵਿਦਵਾਨ ਆ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਇਸ ਪਾਸੇ ਕੰਮ ਕੀਤਾ ਜਾਵੇ। ਅੱਛਾ, ਉਹ ਕੰਮ ਅਸਲ ਵਿੱਚ ਦੇ ਵਿੱਚ ਕੀ ਆ? ਇੱਕ ਤਾਂ ਪਹਿਲੀ ਗੱਲ ਇਹ ਆ ਜਾ ਕੇ ਜੀ ਵੀ ਸਾਡੇ ਕੋਲ ਰਿਸੋਰਸਿਸ ਦੀ ਬਹੁਤ ਕਮੀ ਆ। ਸਾਡੇ ਕੋਲ ਜਾਣੀ ਸੋਮੇ ਹੈ ਨਹੀਂ ਵੀ ਕਿੱਥੋਂ ਇਤਿਹਾਸ ਲੈਣਾ, ਔਰ ਜਿਹੜੇ ਹੈਗੇ ਵੀ ਉਹ ਇੰਨੇ ਕੰਟਰੋਵਰਸ਼ੀਅਲ ਆ ਜਾਂ ਉੱਥੇ ਰੌਲਾ ਆ ਜਿਹਨੂੰ ਆਪਾਂ ਲੈ ਹੀ ਨਹੀਂ ਸਕਦੇ। ਜਿੱਦਾਂ ਹੁਣ ਇਸ ਈਵੈਂਟ ਬਾਰੇ ਵੀ ਹੁਣ ਗੁਰੂ ਸਾਹਿਬ ਦੀਆਂ ਜਿਹੜੀਆਂ ਲਿਖਤਾਂ ਵੀ ਆ ਉਹ ਵੀ ਅਜੇ ਦਸਮ ਗ੍ਰੰਥ ਬਾਰੇ ਵੀ ਕਲੀਅਰ ਨਹੀਂ ਹੋ ਸਕੇ ਕੋਈ ਵੀ ਦਸਮ ਗ੍ਰੰਥ ਕਿਹੜਾ ਉਹਨਾਂ ਦਾ ਲਿਖਿਆ ਹੈ ਜਾਂ ਨਹੀਂ ਲਿਖਿਆ ਹੈ, ਜਾਂ ਕਿਹੜੀ ਬਾਣੀ ਉਹਨਾਂ ਦੀ ਹੈ, ਕਿਹੜੀ ਬਾਣੀ ਨਹੀਂ ਹੈ। ਇਸ ਕਰਕੇ ਉਹਨਾਂ ਸੋਰਸਿਸ ਦੇ ਆਧਾਰ ਦੇ ਉੱਤੇ ਕੋਈ ਵਿਊ ਬਣਾ ਲੈਣਾ ਇਹ ਬਹੁਤ ਔਖਾ ਕੰਮ ਆ। ਵਿਊ ਅਸੀਂ ਉਦੋਂ ਬਣਾ ਸਕਦੇ ਹਾਂ ਜਿਸ ਵੇਲੇ ਅਸੀਂ ਇਹ ਦੇਖੀਏ ਵੀ ਗੁਰੂ ਸਾਹਿਬ ਤੋਂ ਬਾਅਦ ਦਾ ਪੰਜਾਬ ਕਿੱਦਾਂ ਦਾ ਬਣਿਆ, ਉਹਨਾਂ ਦੇ ਅਸਰ ਦੇ ਨਾਲ ਪੰਜਾਬ 'ਚ ਕੀ ਤਬਦੀਲੀਆਂ ਆਈਆਂ, ਉੱਥੋਂ ਪਤਾ ਲੱਗ ਸਕਦਾ ਸਹੀ ਮੈਂ ਵੀ ਪੰਜਾਬ ਵਿੱਚ ਕੀ ਹੋਇਆ। ਸੋਰਸਿਸ ਬਹੁਤੇ ਸਾਡੇ ਕੋਲ ਹੈ ਨਹੀਂ, ਪਰ ਫਿਰ ਵੀ ਇਹਦੇ ਉੱਤੇ ਜਿਹੜਾ ਹੈਗਾ ਕੰਮ ਕਰਨਾ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ। ਸੋ ਪਹਿਲਾਂ ਮੈਂ ਥੋੜ੍ਹਾ ਜਿਹਾ 2-4 ਮਿੰਟ ਵਿੱਚ ਪਿੱਛੋਂ ਲੈ ਆਵਾਂ ਵੀ ਇਹ ਜਿਹੜਾ ਖਾਲਸੇ ਦੀ ਕ੍ਰੀਏਸ਼ਨ ਆ ਇਹ ਇੱਕਦਮ ਨਹੀਂ ਹੋਈ ਹੈ। ਜੇ ਆਪਾਂ ਕਹਿੰਦੇ ਸਡਨ ਨਹੀਂ ਹੈ ਇਹ ਵੀ ਉਸ ਵਿਸਾਖੀ ਨੂੰ, ਹਾਂ ਸਡਨ ਨਹੀਂ ਇਹ ਹੋਈ ਹੈ। ਇਹ ਜਿਹੜਾ ਹੈਗਾ ਇਹਦਾ ਪਿੱਛੋਂ ਵਿਕਾਸ ਹੋਇਆ। ਇਹ ਸਹੀ ਮੈਨੇ ਵਿੱਚ ਦੇਖਿਆ ਜਾਵੇ ਤਾਂ ਨਹੀਂ ਤਾਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਵਿੱਚ ਇਹ ਰੱਖੋਗੇ ਸੀ ਜਿਸ ਵੇਲੇ ਉਹਨੇ ਵੰਗਾਰ ਦਿੱਤਾ ਸੀ ਜਾਬਰਾਂ ਨੂੰ ਜਾ ਕੇ ਵੀ ਇਹ ਨਹੀਂ ਹੈਗਾ, ਜਾਂ ਉਹਦੇ 'ਤੇ ਬਹੁਤਾ ਟਾਈਮ ਲਾਉਣ ਦੀ ਆਪਾਂ ਨੂੰ ਲੋੜ ਨਹੀਂ ਹੈ। ਫਿਰ ਤੁਸੀਂ ਗੁਰੂ ਸਾਹਿਬ ਨੇ ਜਿਸ ਵੇਲੇ ਬਾਬਰ ਨੂੰ ਵੰਗਾਰਿਆ, ਉੱਥੇ ਦੇ ਰਾਜਿਆਂ ਨੂੰ ਵੰਗਾਰਿਆ, ਜਿਹੜੇ ਮੁਕੱਦਮ ਸੇ ਉਹਨਾਂ ਨੂੰ ਵੰਗਾਰਿਆ। ਉਹ ਤੋਂ ਬਾਅਦ ਫਿਰ ਦੇਖੋ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰ ਦਿੱਤੇ ਉੱਥੋਂ ਕਲੀਅਰ ਹੋ ਗਿਆ ਵੀ ਇਹ ਮੂਵਮੈਂਟ ਇਸ ਪਾਸੇ ਨੂੰ ਚੱਲਣੀ ਆ। ਹੁਣ ਜਦੋਂ ਨਹੀਂ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ ਕਲਾ ਫਲਾਣੇ ਜਾਂ ਪਾਪ ਦੀ ਜੰਜ ਲੈ ਕਾਬਲੋਂ, ਇਹ ਉਹ ਪਤਾ ਲੱਗ ਗਿਆ ਵੀ ਇੱਧਰ ਨੂੰ ਜਾਣੀ ਹੈ। ਅੱਛਾ, ਜਿਸ ਵੇਲੇ ਉਹਨੇ ਫਿਰ ਗੁਰੂ ਅੰਗਦ ਦੇਵ ਜੀ ਦੀ ਸਥਾਪਨਾ ਕਰਤੀ ਸੈਕੰਡ ਗੁਰੂ ਤੇ, ਉਹ ਫਿਰ ਪਤਾ ਲੱਗ ਗਿਆ ਵੀ ਉਹ ਚਾਹੁੰਦੇ ਆ ਵੀ ਇਹ ਜਿਹੜੀ ਹੈਗੀ ਇਹ ਅੱਗੇ ਚੱਲੇ ਕੰਮ, ਇਹ ਰੁਕੇ ਨਾ ਕੰਮ, ਇਹ ਅੱਗੇ ਚੱਲੇ। ਪਰ ਫਿਰ ਪੰਜਵੇਂ ਪਾਤਸ਼ਾਹ ਤੱਕ ਤਾਂ ਜੀ ਤੇਰਾ ਭਾਣਾ ਮਿੱਠਾ ਲੱਗਾ ਹੀ ਚੱਲਦਾ ਰਿਹਾ। ਮੈਂ ਤੁਹਾਨੂੰ ਦੱਸਦਿਆਂ ਜੀ, ਦੇਖੋ ਉਹ ਭਾਣਾ ਮਿੱਠਾ ਲੱਗਦਾ ਇਸੇ ਕਰਕੇ ਚੱਲਦਾ ਰਿਹਾ ਕਿਉਂਕਿ ਉਸ ਵੇਲੇ ਸਡਨ ਨਹੀਂ ਇਹ ਚੇਂਜਿਸ ਆਉਣੀਆਂ, ਇਹ ਜਿਹੜੀਆਂ ਤਬਦੀਲੀਆਂ ਆਉਣੀਆਂ ਪਾਵਰ ਦੇ ਨਾਲ ਆਉਣੀਆਂ। ਹੁਣ ਜੇ ਤੁਸੀਂ ਕਹੋ ਜਾ ਕੇ ਵੀ ਹੁਣ ਉਸ ਟਾਈਮ ਵੀ ਤੁਸੀਂ ਦੇਖੋ ਨਾ, ਜੇ ਹੁਣ ਆਪਾਂ ਕਈ ਵਾਰ ਇੱਥੇ ਹੁਣ ਪਹਿਲੇ ਮੈਂ ਦੱਸੇ ਜੇ ਕਈ ਵਾਰ ਬੰਦੇ ਇਹ ਗੱਲ ਕਹਿੰਦੇ ਆ ਜੀ ਕਿ ਗੁਰੂ ਸਾਹਿਬ ਨੇ ਤਾਂ ਜਿਹੜਾ ਵਾਇਲੈਂਸ ਕੀਤੀ ਆ, ਗੁਰੂ ਸਾਹਿਬ ਨੇ ਤਾਂ ਵਾਇਲੈਂਸ, ਹੁਣ ਉਹ ਵਾਇਲੈਂਸ ਜਿਹੜੀ ਆ ਉਹ ਸਮੇਂ ਦੀ ਮੰਗ ਸੀ ਉੱਥੇ। ਜੇ ਹੁਣ ਤੁਸੀਂ ਫਰਜ਼ ਕਰੋ ਰੰਗ ਦੇ ਸਾਹਮਣੇ ਵਰਤ ਰੱਖ ਦਿੰਦੇ ਜਾਂ ਉਹਦੇ ਸਾਹਮਣੇ ਧਰਨਾ ਲਾ ਦਿੰਦੇ ਜਾਂ ਇੱਕ ਮੁਜ਼ਾਹਰਾ ਕਰ ਦਿੰਦੇ, ਚਰਖੇ ਲੈ ਕੇ ਬੈਠ ਜਾਂਦੇ, ਉਹ ਬੇਕਾਰ ਸੀ। ਕਿਉਂਕਿ ਹਰ ਜਿਹੜੀ ਮੂਵਮੈਂਟ ਆ ਉਹ ਸਮੇਂ ਦੀ ਲੋੜ ਦੇ ਵਿੱਚੋਂ ਨਿਕਲਦੀ ਹੈ। ਸੋ ਉਸ ਵੇਲੇ ਤੱਕ ਸਿੱਖ ਇਸ ਪੋਜੀਸ਼ਨ 'ਚ ਹੀ ਨਹੀਂ ਹੈ ਜਾ ਕੇ ਵੀ ਉਹ ਕੋਈ ਇੱਦਾਂ ਦੀ ਲੜਾਈ ਦੇ ਸਕਦੇ ਜਾ ਕੇ, ਪਰ ਚੱਲਦਾ ਗਿਆ। ਉੱਦਾਂ ਤੁਸੀਂ ਦੇਖੋ ਜਿਸ ਵੇਲੇ ਸੈਕੰਡ ਗੁਰੂ ਆਪਣੇ ਗੁਰੂ ਅੰਗਦ ਦੇਵ ਜੀ ਦੇ ਕੋਲ ਹਮਾਯੂੰ 1540 ਦੇ ਵਿੱਚ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਆਉਂਦਾ ਉੱਥੇ ਖਡੂਰ ਸਾਹਿਬ, ਅਤੇ ਉਸ ਵੇਲੇ ਜਿਹੜੇ ਹੈਗੇ ਉਹ ਬੱਚਿਆਂ ਦੀਆਂ ਕੁਸ਼ਤੀਆਂ ਕਹਿੰਦੇ ਦੇਖਦੇ ਸੀਗੇ, ਤਾਂ ਹਮਾਯੂੰ ਨੇ ਕਿਹਾ ਵੀ ਮੇਰੇ ਵੱਲ ਧਿਆਨ ਨਹੀਂ ਦਿੱਤਾ, ਤਾਂ ਹਮਾਯੂੰ ਨੇ ਤਲਵਾਰ ਕੱਢ ਲਈ। ਅਤੇ ਜੇ ਗੁਰੂ ਸਾਹਿਬ ਨੇ ਉਹਦੇ ਵੱਲ ਦੇਖਿਆ, ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਉਹ ਜਿੱਥੇ ਤਲਵਾਰ ਕੱਢਣ ਦੀ ਲੋੜ ਸੀ ਉੱਥੇ ਤੂੰ ਮਿਆਨ 'ਚ ਪਾ ਕੇ ਆ ਗਿਆ ਜਨ ਸ਼ੇਰ ਸ਼ਾਹ ਸੂਰੀ ਦੇ ਖਿਲਾਫ। ਹੁਣ ਇੱਥੇ ਮੇਰਾ ਮਤਲਬ ਉਹ ਚੈਲੰਜ ਕਰਦੇ ਰਹੇ। ਫਿਰ ਤੀਜੇ ਚੌਥੇ ਪੰਜਵੇਂ ਇਹ ਅਕਬਰ ਦਾ ਟਾਈਮ ਆ ਗਿਆ ਜਿਹ 'ਚ ਕੋਈ ਰੌਲਾ ਨਹੀਂ ਪਿਆ, ਠੀਕ ਹੈ। ਫਿਰ ਆਇਆ ਚਲੋ, ਫਿਰ ਹੁਣ ਆਪਣੇ ਗੁਰੂ ਤੇਗ ਬਹਾਦਰ ਜੀ ਦਾ ਟਾਈਮ ਆ ਗਿਆ। ਗੁਰੂ ਤੇਗ ਬਹਾਦਰ ਜੀ ਦੇ ਟਾਈਮ ਦਾ ਫਿਰ ਬਦਲ ਗਏ ਹਾਲਾਤ ਜੀ। ਫਿਰ ਜਿਹੜਾ ਹੈਗਾ ਔਰੰਗਜ਼ੇਬ ਦੀ ਪਾਲਿਸੀ ਉਹ ਹੈ ਨਾ ਸੀ ਜਾ ਕੇ। ਤਾਂ ਉਸ ਵੇਲੇ ਫਿਰ ਗੁਰੂ ਸਾਹਿਬ ਨੇ ਵੀ ਜਿਹੜੇ ਹੈਗੇ ਆ, ਦੇਖੋ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਾਂ, ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ 2 ਮਿੰਟ ਆਪਣੇ ਗੁਰੂ ਤੇਗ ਬਹਾਦਰ ਜੀ 'ਤੇ। ਮੈਂ ਜ਼ਰੂਰ ਚਾਹੁੰਦਾ ਤੁਸੀਂ ਟੱਚ ਕਰੋ, ਕਿਉਂਕਿ ਸਭ ਜਿਹੜੀ ਸੋਸ਼ਲ ਜਸਟਿਸ ਦੀ ਗੱਲ 10ਵੇਂ ਪਾਤਸ਼ਾਹ ਨੇ ਕੀਤੀ ਆ, ਉਸ ਦਾ ਬੀਜ ਤਾਂ ਉਦੋਂ ਹੀ ਬੀਜਿਆ ਗਿਆ ਨਾ ਜਦੋਂ ਸਭ ਤੋਂ ਵੱਡੀ, ਮੇਰੇ ਖਿਆਲ ਦੁਨੀਆ ਦੇ ਇਤਿਹਾਸ, ਤੁਸੀਂ ਤਾਂ ਹਿਸਟੋਰੀਅਨ ਹੋ, ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਜਿੱਥੇ ਤੁਸੀਂ ਕਿਸੇ ਹੋਰ ਦੇ ਇਸ਼ਟ ਲਈ, ਕਿਸੇ ਹੋਰ ਵਿਅਕਤੀ ਦੇ ਧਰਮ ਲਈ ਉਹਨਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਵੇਖਦਿਆਂ ਹੋਇਆਂ
ਤੁਸੀਂ ਕਹੋਗੇ ਚਲੋ ਮੇਰਾ ਸਿਰ ਵੱਢ ਲਓ। ਆਈ ਐਗਰੀ ਬਿਲਕੁਲ ਠੀਕ ਹੈ ਗੱਲ। ਪਰ ਇਹਦੇ ਨਾਲ ਤੁਸੀਂ ਦੇਖੋ ਗੁਰੂ ਤੇਗ ਬਹਾਦਰ ਜੀ ਦੇ ਉੱਪਰ ਕਾਫੀ ਸਾਲ ਪਹਿਲਾਂ ਮੇਬੀ 70s ਦੇ ਵਿੱਚ ਡਾਕਟਰ ਫੌਜਾ ਸਿੰਘ ਨੇ ਇੱਕ ਆਰਟੀਕਲ ਲਿਖਿਆ ਸੀ। ਅੱਛਾ ਉਹਦੀ ਬੜੀ ਵਿਰੋਧਤਾ ਹੋਈ ਜੀ, ਉਹਦੀ ਬੜੀ ਵਿਰੋਧਤਾ ਹੋਈ। ਬਾਅਦ ਦੇ ਵਿੱਚ ਅਕਾਲ ਤਖਤ ਦੀ ਇੰਟਰਵੈਂਸ਼ਨ ਹੋਈ, ਚਲੋ ਉਹ ਧਾਰਮਿਕ ਮਸਲਾ ਆ, ਉਹਦੇ ਤੇ ਹੋ ਗਿਆ। ਪਰ ਉਹ ਜਿਹੜੀ ਸੀਗੀ ਉਹਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀਆਂ ਐਕਟੀਵਿਟੀਜ਼ ਬਾਰੇ ਗੱਲਬਾਤ ਸੀਗੀ, ਜਿਹੜੀ ਫਿਰ ਕਿਤੇ ਮੌਕਾ ਹੈ ਫੇਰ ਕਰਾਂਗੇ, ਪਰ ਹੁਣ ਆਪਾਂ ਉੱਧਰ ਚੱਲਦੇ। ਫਿਰ ਖੈਰ ਐਨੀਵੇ ਗੁਰੂ ਤੇਗ ਬਹਾਦਰ ਜੀ ਦੇ ਵੀ ਜਿਹੜੇ ਹੈਗੇ ਆ ਉਹਨਾਂ ਦੀ ਵੀ ਕੰਟਰੀਬਿਊਸ਼ਨ ਆ ਸਾਰੇ ਕੰਮ ਦੇ ਵਿੱਚ, ਆ ਜਿਹੜਾ ਅਸੀਂ ਅੱਜ ਡਿਸਕਸ ਕਰਨਾ। ਹੁਣ ਆਪਾਂ ਆ ਜਾਂਦੇ ਹਾਂ ਜੀ ਖਾਲਸੇ ਦੀ ਕ੍ਰੀਏਸ਼ਨ ਤੇ ਜੀ। ਹੁਣ ਆਪਾਂ ਬਹੁਤਾ ਟਾਈਮ ਇਹਦੇ ਤੇ ਲਾਉਣਾ ਨਹੀਂ, ਇਹ ਸਾਰਿਆਂ ਨੂੰ ਪਤਾ ਪਏ ਇੱਦਾਂ ਕਰਕੇ ਇਕੱਠੇ ਹੋਏ ਤਾਂ ਫੇਰ ਹੋਏ। ਹੁਣ ਇਹ ਜੋ ਮੈਂ ਕਹਿਣਾ ਚਾਹੁੰਦਾ ਜੀ, ਉਹ ਮੈਂ ਕਹਿਣਾ ਇਹ ਚਾਹੁੰਦਾ ਜੀ ਵੀ ਖਾਲਸੇ ਦੀ ਕ੍ਰੀਏਸ਼ਨ ਤੋਂ ਪਹਿਲਾਂ ਬਹੁਤ ਕੰਮ ਕੀਤਾ ਗਿਆ ਪਿੰਡਾਂ ਦੇ ਵਿੱਚ, ਬਹੁਤ ਕੰਮ ਕੀਤਾ ਗਿਆ ਪਿੰਡਾਂ ਦੇ ਵਿੱਚ। ਔਰ ਇਨਫੋਰਮੇਸ਼ਨ ਇਹ ਸੀ ਵੀ ਜਿੱਥੇ ਗੁਰੂ ਸਾਹਿਬ ਜਾ ਕੇ ਬੋਲਦੇ ਸੀਗੇ ਆਪਣੇ, ਉਹ ਕੋਈ ਵੀ ਧਾਰਮਿਕ ਸਤਸੰਗ ਕਹਿ ਲਓ, ਕੁਝ ਵੀ ਜੋ ਵੀ ਕਰਦੇ ਸੀ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਸੁਣਨ ਆਉਂਦੇ ਸੀ, ਬਹੁਤ ਵੱਡੀ ਗਿਣਤੀ 'ਚ ਲੋਕ ਸੁਣਨ। ਔਰ ਉਹਨੀ ਤਕਰੀਬਨ ਉਹ ਸਾਰੇ ਏਰੀਏ ਦੇ ਵਿੱਚ ਜਾ ਕੇ ਇਹਨਾਂ ਪਿੰਡਾਂ ਦੇ ਵਿੱਚ ਦੌਰੇ ਕਰਕੇ ਇੱਥੇ ਜਿਹੜੀ ਆ ਆਰਗੇਨਾਈਜੇਸ਼ਨ ਲਈ ਤਿਆਰੀ ਕੀਤੀ। ਔਰ ਉਹਦਾ ਰਿਜ਼ਲਟ ਕੀ ਹੋਇਆ? ਉਹਦਾ ਰਿਜ਼ਲਟ ਇਹ ਹੋਇਆ ਵੀ ਇਤਿਹਾਸਕਾਰ ਮੰਨਦੇ ਆ ਇਸ ਗੱਲ ਦੇ ਉੱਤੇ ਵੀ ਖਾਲਸੇ ਦੀ ਕ੍ਰੀਏਸ਼ਨ ਦੇ ਵੇਲੇ 1699 ਦੀ ਵਿਸਾਖੀ ਦੇ ਉੱਤੇ ਅਨੰਦਪੁਰ ਸਾਹਿਬ ਦੇ ਵਿੱਚ 80,000 ਬੰਦਾ ਇਕੱਠਾ ਹੋਇਆ। 80,000 ਬੰਦਾ ਇਕੱਠਾ ਹੋਇਆ ਉਸ ਵੇਲੇ, ਜਿਸ ਵੇਲੇ ਇੱਕ ਤਾਂ ਪਾਪੂਲੇਸ਼ਨ ਬਹੁਤ ਥੋੜ੍ਹੀ ਸੀ, ਔਰ ਦੂਜੇ ਜਿਹੜੇ ਆਵਾਜਾਈ ਦੇ ਸਾਧਨ ਇੰਨੇ ਸੀਮਤ ਸੀਗੇ ਉਸ ਵੇਲੇ ਵੀ ਲੋਕਾਂ ਦਾ ਆਉਣਾ ਜਾਣਾ ਬਹੁਤ ਔਖਾ ਸੀਗਾ ਜਾ ਕੇ। ਘੋੜਿਆਂ ਤੇ ਜਾਂਦੇ ਸੀ। ਘੋੜੇ ਵੀ ਜਿਹੜੇ ਸੀਗੇ ਉਹ ਕੁਛ ਆਪਾਂ ਦੇਖਦੇ ਹਾਂ, ਘੋੜੇ ਆਮ ਲੋਕਾਂ ਕੋਲ ਨਹੀਂ ਆਏ ਉਸ ਵੇਲੇ। ਹਾਂ, ਉਸ ਵੇਲੇ ਤੁਰ ਕੇ ਹੀ ਜਾਂਦੇ ਸੀਗੇ ਜਾ ਕੇ। 80,000 ਬੰਦੇ ਦਾ ਇਕੱਠਾ ਹੋ ਜਾਣਾ 1699 ਦੇ ਵਿੱਚ ਐਵੇਂ ਨਹੀਂ ਹੋਇਆ, ਉਹਦੇ ਲਈ ਕੰਮ ਕੀਤਾ ਗਿਆ ਸੀ ਪਹਿਲਾਂ। ਉਹਦੇ ਲਈ ਪਿੰਡ ਪਿੰਡ ਜਾ ਕੇ ਉਹਦੀ ਤਿਆਰੀ ਕੀਤੀ ਗਈ ਸੀ ਜਾ ਕੇ, ਫਿਰ ਉਹ ਇਕੱਠੇ ਹੋਏ ਆ ਜਾ ਕੇ। ਔਰ ਹੋਏ ਵੀ ਇਕੱਲੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ, ਉਹਨੂੰ ਈਵਨ ਹਿੰਦੁਸਤਾਨ ਦੇ ਤੱਕ ਗੁਰੂ ਸਾਹਿਬ ਦੀ ਆਵਾਜ਼ ਉਸ ਵੇਲੇ ਪਹੁੰਚ ਚੁੱਕੀ ਸੀ। ਬਿਲਕੁਲ ਉੜੀਸਾ ਤੱਕ ਲੋਕ, ਉੜੀਸਾ ਤੱਕ, ਕਰਨਾਟਕਾ ਤੱਕ ਜਿਹੜੇ ਆ, ਗੁਜਰਾਤ ਤੱਕ, ਮੇਰਠ ਤੋਂ, ਲਾਹੌਰ ਤੋਂ, ਜੇ ਪੰਜ ਪਿਆਰੇ ਨੂੰ ਆਪਾਂ ਦੇਖੀ ਜਾਵੇ ਹਿੰਦੁਸਤਾਨ ਦੇ ਸਾਰੇ ਹਿੱਸਿਆਂ ਦੇ ਵਿੱਚੋਂ ਉਹ ਆਏ ਹੈਗੇ ਜਾ ਕੇ। ਸੋ ਉਸ ਵੇਲੇ ਜਾ ਕੇ ਫਿਰ ਜਿਹੜੇ ਹੈਗੇ ਆ ਖਾਲਸੇ ਦੀ ਕ੍ਰੀਏਸ਼ਨ ਦੇ ਵੇਲੇ 80,000 ਬੰਦੇ ਦਾ ਇਕੱਠਾ ਹੋ ਜਾਣਾ ਜਾ ਸੀ ਵੀ ਮਸਲਾ ਬਹੁਤ ਗੰਭੀਰ ਸੀ। ਹੁਣ ਸਾਡੇ ਪ੍ਰੋਬਲਮ ਕੀ ਹੈ ਥਿੰਨ ਸਾਹਿਬ, ਗੁਰੂ ਸਾਹਿਬ ਨੂੰ ਪੇਸ਼ ਕੀਤਾ ਜਾ ਰਿਹਾ ਸਾਰਾ ਟੋਟਲੀ ਐਜ਼ ਏ ਰਿਲੀਜੀਅਸ ਲੀਡਰ। ਉਹਨਾਂ ਨੂੰ ਇਹ ਕਿਹਾ ਜਾਂਦਾ ਜੀ ਵੀ ਉਹਨੇ ਧਰਮ ਨੂੰ ਬਚਾਇਆ, ਉਹਨੇ ਧਰਮ ਦੇ ਰੌਲੇ ਦੇ ਨਾਲ ਜਿਹੜੀ ਉਹਨਾਂ ਦੀ ਮੇਜਰ ਕੰਟਰੀਬਿਊਸ਼ਨ ਹੈ ਪੰਜਾਬ ਦੇ ਵਿੱਚ, ਉਹ ਬਹੁਤ ਪੱਖੀ ਇਨਸਾਨ ਸੀਗੇ ਥਿੰਨ ਸਾਹਿਬ। ਉਹਨਾਂ ਦੀ ਪਰਸਨੈਲਿਟੀ ਜਿਹੜੀ ਸੀਗੀ ਉਹ ਇਕੱਲੀ ਧਾਰਮਿਕ ਵਾਲੀ ਨਹੀਂ ਕਹਿ ਸਕਦੇ, ਜਾਂ ਕਹਿ ਲਓ ਉਹਨਾਂ ਦਾ ਧਰਮ ਹੀ ਇਹ ਇੱਦਾਂ ਦਾ। ਉਹਦੇ ਵਿੱਚ ਜਿਹੜੀਆਂ ਉਹਨੇ ਮੇਜਰ ਤਬਦੀਲੀਆਂ ਕੀਤੀਆਂ ਪੰਜਾਬ ਦੇ ਵਿੱਚ ਜਾ ਕੇ, ਜਿਹੜੀਆਂ ਹੁਣ ਤੱਕ ਜਿਹੜਾ ਅਸਰ ਹੈਗਾ ਉਹਦੀ ਗੱਲ ਆਪਾਂ ਅੱਜ ਕਰ ਰਹੇ ਹਾਂ ਜਾ ਕੇ। ਉਹ ਗੱਲ ਜਿਹੜੀ ਹੈਗੀ ਆ ਉਹ ਹੈਗੀ ਆ ਫਿਊਡਲਿਜ਼ਮ ਤੋਂ ਸਭ ਤੋਂ ਵੱਡੀ ਸੱਟ, ਰਜਵਾੜਾ ਸ਼ਾਹੀ ਦੇ ਖਿਲਾਫ, ਰਜਵਾੜਾ ਸ਼ਾਹੀ ਦੇ ਖਿਲਾਫ ਜਸਟਿਸ ਦਿਵਾਉਣਾ। ਥਿੰਨ ਸਾਹਿਬ ਮਜ਼ਾਰਾ ਮੂਵਮੈਂਟ ਨੂੰ ਜਨਮ ਜਿਹੜਾ ਦੇ ਰਿਹਾ ਉਹ 1699 ਦੀ ਵਿਸਾਖੀ ਤੋਂ ਸ਼ੁਰੂ ਹੋਇਆ, ਔਰ ਉਹ ਤੋਂ ਪਹਿਲਾਂ ਕੰਮ ਕੀਤਾ ਗਿਆ ਸੀਗਾ ਜਾ ਕੇ। 1699 ਦੀ ਵਿਸਾਖੀ ਦੇ ਵਿੱਚ ਲੋਕਾਂ ਦਾ, ਹੁਣ ਉਸ ਵੇਲੇ ਹਾਲਾਤ ਕੀ ਸੀ ਮੈਂ ਤੁਹਾਨੂੰ ਦੱਸਦਾ, ਹਾਲਾਤ ਇੱਦਾਂ ਨਹੀਂ ਹੈ ਉਸ ਵੇਲੇ। ਉਸ ਵੇਲੇ ਹਾਲਾਤ ਇਹ ਸੀਗਾ ਵੀ ਗੌਰਮੈਂਟ ਜਿਹੜੀ ਸੀਗੀ ਉਹ ਗੌਰਮੈਂਟ ਬੜਿਆਂ ਜਗੀਰਦਾਰਾਂ ਨੂੰ ਪਿੰਡ ਦਿੰਦੀ ਸੀ, ਪਿੰਡਾਂ ਦੇ ਪਿੰਡ, ਵੀ ਤੈਨੂੰ 5 ਪਿੰਡ ਦੇ ਦਿੱਤੇ, ਤੈਨੂੰ 2 ਪਿੰਡ ਦਿੱਤੇ, ਤੈਨੂੰ 1 ਪਿੰਡ ਦੇ ਦਿੱਤੇ, ਮੁਜ਼ਾਰੇ ਰੱਖੋ ਤੇ ਖੇਤੀ ਕਰੋ ਬਸ। ਉਹ ਜਿਹੜੇ ਪਿੰਡ ਹੁੰਦੇ ਸੀ ਉਹ ਜਗੀਰਦਾਰ ਦੀ ਮਲਕੀਤ ਸੀ। ਜਗੀਰਦਾਰ ਨੇ ਜਿਹੜਾ ਹੁੰਦਾ ਸੀ ਉਹ ਫਿਰ ਗੌਰਮੈਂਟ ਨੂੰ ਦੇਣਾ ਹੁੰਦਾ ਸੀ ਵੀ ਤੈਂ ਵੀ ਇੰਨਾ ਪੈਸੇ ਦੇਣੇ ਆ, ਇੰਨੀ ਜਿਣਸ ਦੀ ਸ਼ਕਲ ਵਿੱਚ ਦੇਣੇ ਆ, ਇੰਨੇ ਘੋੜੇ ਦੇਣੇ ਆ, ਤੈਂ ਆ ਤੇਰੀ ਜ਼ਿੰਮੇਵਾਰੀ ਹੈਗੀ ਹੈ ਸਰਕਾਰ ਦੇ ਪ੍ਰਤੀ ਜਾ ਕੇ। ਔਰ ਉਹ ਕੀ ਸੀ, ਉਹ ਗਾਹਾਂ ਫਿਰ ਜਿਹੜੇ ਮੁਜ਼ਾਹਰੇ ਸੀ ਉਹਨਾਂ ਦਾ ਲਹੂ ਪੀਂਦਾ ਸੀ ਜੀ, ਉਹ ਉਹਨਾਂ ਤੋਂ ਐਨ ਨਿਚੋੜ ਕੇ ਰੱਖਦਾ ਸੀ ਜੀ, ਉਹਨਾਂ ਨੂੰ ਉਨਾ ਕੋਈ ਦਿੰਦਾ ਸੀ ਜਿੰਨੇ ਕੁ ਨਾਲ ਉਹ ਖਾਣ ਪੀਣ ਦੇ ਉਹਨਾਂ ਦਾ ਗੁਜ਼ਾਰਾ ਹੁੰਦਾ। ਉਹਨਾਂ ਦੇ ਜਾਨ ਦੀ, ਮਾਲ ਦੀ, ਇੱਜ਼ਤ ਦੀ, ਸਾਰਿਆਂ ਦੀ ਰਾਖੀ ਜਿਹੜੀ ਆਪਣੇ ਜੇ ਸੋ ਕਾਲ ਰਾਖੀ ਕਰਦਾ ਸੀ ਜਾਂ ਨਹੀਂ ਕਰਦਾ ਸੀ, ਗੁਲਾਮ ਸੀ, ਗੁਲਾਮ ਜਗੀਰਦਾਰ ਦੀ ਹੱਕ ਸੀ। ਹੁਣ ਇੱਥੇ ਫਿਰ ਮੈਂ ਤੁਹਾਨੂੰ ਦੱਸਾਂ ਜੀ, ਹੁਣ ਇਹ ਦੌਰ ਉਹ ਆ, ਇਹ ਦੌਰ ਹੋਇਆ ਆ ਮਜ਼ਾਰਾ ਲਹਿਰ ਦਾ ਦੌਰ ਆ, ਇਹ ਗੁਲਾਮੀ ਦੇ ਦੌਰ ਤੋਂ ਨਿਕਲੇ ਹੋਏ ਅਸੀਂ। ਹੁਣ ਅਸੀਂ ਮੈਂ ਇਹ ਕਹਿਣਾ ਚਾਹੁੰਦਾ ਜਾ ਕੇ, ਜਿੱਦਾਂ ਪਹਿਲੀ ਈਸਵੀ ਦੇ ਵਿੱਚ ਗੁਲਾਮਾਂ ਦੇ ਖਿਲਾਫ ਸਪਾਰਟੇਕਸ ਨੇ ਸਟਰਗਲ ਸ਼ੁਰੂ ਕਰਕੇ ਸੈਂਕੜੇ ਹਜ਼ਾਰਾਂ ਬੰਦੇ ਉਹਦੇ ਮਾਰੇ ਗਏ ਉਸ ਸਟਰਗਲ ਦੇ ਵਿੱਚ, ਜਿਸ ਵੇਲੇ ਉਹਨੂੰ ਗੁਲਾਮੀ ਸਲੇਵਰੀ ਦੇ ਖਿਲਾਫ, ਰੋਮਨ ਅੰਪਾਇਰ ਦੇ ਖਿਲਾਫ ਰੋਮਨ ਰਿਪਬਲਿਕ ਦੇ ਖਿਲਾਫ ਲੜਾਈ ਕੀਤੀ ਉਸ ਵੇਲੇ, ਉਹਨੂੰ ਗੁਲਾਮੀ ਦੇ ਉਹਦਾ ਨਾਮ ਆ ਸਲੇਵਰੀ ਦੇ ਵਿੱਚ, ਸਲੇਵਰੀ ਨੂੰ ਅੰਤ ਕਰਨ ਦੇ ਵਿੱਚ। ਇੱਥੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਮਜ਼ਾਰਾ ਲਹਿਰ ਨੂੰ ਜਨਮ ਦੇ ਕੇ ਔਰ ਜਗੀਰਦਾਰੀ ਨੂੰ ਖਤਮ ਕਰਨ ਦੇ ਵਿੱਚ ਗੁਰੂ ਸਾਹਿਬ ਦਾ ਰੋਲ ਹੈ ਉਹਦੇ ਵਿੱਚ।
ਬਿਲਕੁਲ ਗਾਹਾਂ ਜਾ ਕੇ ਅੱਗੇ ਜਾ ਕੇ ਉਹ ਵੀ ਤੁਸੀਂ ਜ਼ਰੂਰ ਦੱਸਣਾ। ਹਾਂ। ਬੰਦਾ ਬਹਾਦਰ ਨੂੰ ਵੀ ਗੁਰੂ ਸਾਹਿਬ ਨੇ ਇਹ ਕਹਿ ਕੇ ਭੇਜਿਆ ਹਾਂ। ਔਰ ਮਜਾਰੇ ਜਿਹੜੇ ਸੀ ਉਹ ਸਾਰੇ ਦੇ ਸਾਰੇ ਉਹਨਾਂ ਨੇ ਨਾਲ ਲਾਏ ਆ ਤੇ ਉਹਨਾਂ ਨੂੰ ਜ਼ਗੀਰਦਾਰਾਂ ਨੂੰ ਖਤਮ ਕੀਤਾ। ਹਾਂ ਮੈਂ ਉੱਥੇ ਆਉਣਾ ਜੀ। ਹੁਣ ਉਹ ਜਿਹੜਾ ਮਜ਼ਾਰਾ ਲਹਿਰ ਸੀ, ਜਾ ਕੇ ਮਜ਼ਾਰਾ ਲਹਿਰ ਦਾ ਉੱਥੋਂ ਜਨਮ ਹੋਇਆ ਜਾ ਕੇ। ਉਸ ਵੇਲੇ ਕੀ ਹੋਇਆ ਜੀ, ਗੁਰੂ ਸਾਹਿਬ ਦੇ ਜਿਹੜੇ 1699 ਦੀ ਵਿਸਾਖੀ ਹੋਈ ਆ, ਉਹਦੇ ਵਿੱਚ 80,000 ਜ਼ਗੀਰਦਾਰ ਨਹੀਂ ਸੀ ਆਇਆ। ਉਹ ਉੱਥੇ 80,000 ਮਜ਼ਾਰੇ ਆਏ ਹੋ ਸੀ ਜਿਹੜੇ ਸੀਗੇ। ਔਰ ਉਹ ਮਜ਼ਾਰੇ ਕੀ ਜਿਸ ਵੇਲੇ ਤੁਸੀਂ ਦੇਖੋ ਇਹਨਾਂ 'ਚ ਵੀ ਦੇਖੋ ਆ ਪੰਜ ਪਿਆਰਿਆਂ ਦੇ ਵਿੱਚ ਨਾਈ, ਝੀਰ, ਸ਼ਿੰਬੇ ਜੋ ਵੀ ਹੈਗੇ ਇਹਨਾਂ ਦੇ ਵਿੱਚੋਂ ਆਏ। ਹਰ ਵਰਗ ਦੇ ਲੋਕ ਉਹ ਤੋਂ ਪਹਿਲਾਂ ਵੀ ਥਿੰਦ ਸਾਹਿਬ ਜਿਸ ਵੇਲੇ ਸਾਰੇ ਬੰਦੇ ਆਏ ਆ, ਪਹਾੜੀ ਰਾਜਿਆਂ ਨੇ ਜਿੱਥੇ ਸੀਗਾ ਉੱਥੇ ਉਹਨੇ ਗੁਰੂ ਸਾਹਿਬ ਨੂੰ ਕਿਹਾ ਉਸ ਵੇਲੇ ਵੀ ਤੂੰ ਉੱਚ ਕਾਤੀ ਦਾ ਖੱਤਰੀ ਹੈਗਾ ਆ, ਅਸੀਂ ਵੀ ਖੱਤਰੀ ਹੈਗੇ ਉੱਚ ਕਾਤੀ ਦੇ, ਵੀ ਇਹ ਕੀ ਤੂੰ ਲਈ ਫਿਰਦਾ ਨਾਲ ਜਾ ਕੇ ਇਹਨਾਂ ਨੂੰ ਜਾ ਕੇ ਆ ਤੂੰ ਇਕੱਠੇ ਹੋ ਕੇ ਜਿਹੜੇ ਇੱਥੇ ਸਟੇਟ ਬਣਾ ਕੇ ਰਾਜ ਕਰਦੇ ਆ ਚੰਗੀ ਤਰ੍ਹਾਂ। ਉੱਥੇ ਗੁਰੂ ਸਾਹਿਬ ਨੇ ਆ ਕੇ ਹੈ ਇਨਹੀ ਕੀ ਕਿਰਪਾ ਸੇ ਸਜੇ ਹਮੈਂ ਨਹੀਂ ਮੋਸੇ ਗੁਰੂ ਕਰੋੜ ਪੜ੍ਹੇ। ਫਿਰ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 1699 ਦੀ ਵਿਸਾਖੀ 'ਤੇ ਜਿਹੜਾ ਖਾਲਸੇ ਦੀ ਸਿਰਜਣਾ ਦਿਵਸ ਦੀ ਅਸੀਂ ਜ਼ਿਕਰ ਕਰਦੇ ਹਾਂ, ਉਸ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਉਹਨਾਂ ਦੇ ਟੀਚੇ ਹੋਰ ਵੀ ਸੀ ਧਰਮ ਤੋਂ ਇਲਾਵਾ। ਹਾਂਜੀ ਥਿੰਨ ਸਾਹਿਬ ਇੱਕ ਥੋੜ੍ਹਾ ਜਿਹਾ ਮੈਂ ਇਹ ਕਲੀਅਰ ਕਰਦਾ ਵੀ ਉਹ ਜਿਸ ਵੇਲੇ 1675 ਦੇ ਵਿੱਚ ਉਹ ਗੁਰੂਸ਼ਿਪ ਉਹਨਾਂ ਕੋਲ ਆਉਂਦੀ ਆ, ਉਸ ਵੇਲੇ ਹਾਲਤ ਕੀ ਸੀ ਪੰਜਾਬ ਦੀ, ਔਰ ਜਿਸ ਵੇਲੇ ਉਹ ਛੱਡ ਕੇ ਗਏ ਆ ਤਾਂ ਉਸ ਵੇਲੇ ਹਾਲਤ ਕੀ ਸੀ ਪੰਜਾਬ ਦੀ। 1675 ਦੇ ਵਿੱਚ ਸਿੱਖ ਆਰਗੇਨਾਈਜੇਸ਼ਨ ਦਾ ਹਾਲ ਇਹ ਸੀਗਾ ਜੀ ਵੀ ਇਹ ਬਿਲਕੁਲ ਦਰਮ ਬਰਮ ਹੋ ਚੁੱਕੀ ਸੀ ਜੀ। ਸਿੱਖ ਆਰਗੇਨਾਈਜੇਸ਼ਨ ਫਾਈਨੈਂਸ਼ੀਅਲੀ ਇੰਨੀ ਵੀਕ ਹੋ ਗਈ ਸੀ ਵੀ ਕੋਈ ਕੋਲ ਪੈਸਾ ਹੀ ਨਹੀਂ ਸੀ। ਕੋਈ ਜਿੰਨਾ ਪੈਸਾ ਜਿਹੜਾ ਦਸਵੰਧ ਮਸੰਦ ਇਕੱਠਾ ਕਰਦੇ ਸੀਗੇ ਉਹ ਗੁਰੂ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਨਹੀਂ ਕਰਾਉਂਦੇ ਹੈ ਜਾ ਕੇ। ਉਹ ਜਿਹੜਾ ਪੈਸਾ ਸੀਗਾ ਉਹ ਸਾਰਾ ਆਪ ਖਾ ਲੈਂਦੇ ਸੀਗੇ। ਜਿੱਥੇ ਤੱਕ ਆਰਮੀ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਦੇ ਵਿੱਚ ਜਿਹੜੀ ਬਣੀ ਸੀਗੀ ਉਹ ਆਲਮੋਸਟ ਖਤਮ ਹੋ ਗਈ ਸੀਗੀ। ਜਿਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਬਾਅਦ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਟਾਈਮ ਦੇ ਵਿੱਚ ਉਹ ਹੈ ਨਾ ਸੀ ਜੀ। ਆਰਗੇਨਾਈਜੇਸ਼ਨਲੀ ਇਹ ਜਿਹੜਾ ਸਿੱਖ ਧਰਮ ਜਿਹੜਾ ਸੀਗਾ ਇਹਦੀਆਂ ਜਿਹੜੀਆਂ ਹੈਗੀਆਂ ਕਿੰਨੇ ਦਾਅਵੇਦਾਰ ਬਣੇ ਹੋ ਸੀਗੇ ਜੀ, ਕਿੰਨੀਆਂ 22 ਮੰਜੀਆਂ ਬਣੀਆਂ ਸੀਗੀਆਂ। ਹਾਂ ਕੋਈ ਰਾਮ ਰਾਏ ਨੇ ਆਪਣਾ ਚਲਾਇਆ ਸੀਗਾ ਜਾ ਕੇ, ਉਹ ਧੀਰਮਲ ਨੇ ਆਪਣਾ ਚਲਾਇਆ ਸੀਗਾ, ਸਾਰੇ ਖਲਲ ਫਸਿਆ ਸੀਗਾ। ਕੋਈ ਮਤਲਬ ਗੁਰੂਸ਼ਿਪ ਦੇ ਹੀ ਦਾਅਵੇਦਾਰ ਕਿੰਨੇ ਹੀ ਸੀਗੇ ਜਾ ਕੇ ਜਿਹੜੇ ਉਸ ਵੇਲੇ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਬਣੇ ਵੀ ਆ ਉਸ ਵੇਲੇ 22 ਬੰਦੇ ਬਣ ਕੇ ਉੱਥੇ ਬੈਠੇ ਸੀਗੇ ਵੀ ਅਸੀਂ ਜਿਹੜੇ ਹੈਗੇ ਗੁਰੂ ਹਾਂ ਜੀ। ਸੋ ਜਿੱਦਾਂ ਆਪਾਂ ਕਹਿ ਲਈਏ ਸਿੱਖ ਆਰਗੇਨਾਈਜੇਸ਼ਨ ਗੁੱਡ ਸ਼ੇਪ 'ਚ ਨਹੀਂ ਸੀ ਉਸ ਵੇਲੇ, ਆਲਮੋਸਟ ਖਤਮ ਹੋਇਆ ਸੀਗਾ ਕੰਮ ਉਸ ਵੇਲੇ। ਸੋ ਜਿਸ ਵੇਲੇ ਫਿਰ ਇਹ 75 ਤੋਂ ਲੈ ਕੇ ਉਮਰ ਬੜੀ ਥੋੜ੍ਹੀ ਸੀ 99 ਤੱਕ ਜਿਹੜਾ ਕੰਮ ਕੀਤਾ, 99 ਦੇ ਵਿੱਚ ਜਾ ਕੇ 80,000 ਬੰਦੇ ਦਾ ਇਕੱਠਾ ਹੋ ਜਾਣਾ, ਇਹਦਾ ਮਤਲਬ ਹੈ ਵੀ ਬੜਾ ਵਿਗਰਸਲੀ ਕੰਮ ਕੀਤਾ ਉਹਨੇ ਉਹਨਾਂ ਸਾਲਾਂ ਦੇ ਵਿੱਚ, ਲੋਕਾਂ ਨੂੰ ਲਾਮਬੰਦ ਕਰਨ ਦੇ ਵਿੱਚ, ਲੋਕਾਂ ਨੂੰ ਇਕੱਠੇ ਕਰਨ ਦੇ ਵਿੱਚ। ਔਰ ਉਹਨਾਂ ਨੂੰ ਸਮਝਾਉਣ ਦੇ ਵਿੱਚ ਕੀ ਸਮੱਸਿਆਵਾਂ ਕੀ, ਉਹਨਾਂ ਨੂੰ ਸਮਝਾਉਣ ਦੇ ਵਿੱਚ ਸਮੱਸਿਆਵਾਂ ਕੀ ਆ, ਤੁਹਾਡੇ ਮਸਲੇ ਕੀ ਆ, ਔਰ ਇਹਦੇ ਲਈ ਲੋੜ ਕੀ ਹੈ ਜਾ ਕੇ ਉੱਥੇ ਉਹ ਸਾਰੇ ਜਿਹੜੇ ਆਉਂਦੇ ਆ। ਉਹ ਇੱਥੋਂ ਜਾ ਕੇ ਜਿਸ ਵੇਲੇ ਇਹ ਸਾਰੇ ਲੋਕ ਇਕੱਠੇ ਹੋ ਜਾਂਦੇ ਆ, ਕਿਉਂਕਿ ਉਹ ਬਹੁਤ ਕਲੀਅਰ ਸੀ ਇਸ ਗੱਲ ਬਾਰੇ ਵੀ ਰਾਜਿਆਂ ਦੇ ਖਿਲਾਫ ਵੀ ਅਸੀਂ ਦੇਖਦੇ ਹਾਂ ਰਾਜਨ ਕੋ ਮੈਂ ਰੰਕ ਬਣਾਉਂ ਪੂਪ ਗਰੀਬਨ ਕੋ ਕਲਾਂ, ਗਰੀਬਾਂ ਦੀ ਗੱਲ ਕਰਦੇ ਰਹੇ ਜਾ ਕੇ ਵੀ ਇਹਨਾਂ ਨੂੰ ਚੱਕਣਾ ਉੱਪਰ ਨੂੰ ਜਿਹੜਾ ਹੈਗਾ ਜਾ ਕੇ। ਸੋ ਉਸ ਵੇਲੇ ਥਿੰਨ ਸਾਹਿਬ ਜਿਹੜੀ ਲੜਾਈ ਫਿਰ ਉਹਨੇ ਸ਼ੁਰੂ ਕੀਤੀ ਉਹ ਹੈਵਜ਼ ਐਂਡ ਹੈਵਜ਼ ਨਾਟ ਦੀ ਲੜਾਈ ਕੀਤੀ ਹੈ। ਜਿਹੜੇ ਹੈਗੇ ਵੀ ਜਿਨ੍ਹਾਂ ਕੋਲ ਹੈਗਾ ਇੱਕ ਪਾਸੇ ਹੋ ਗਿਆ, ਉਹਨੇ ਫਿਰ ਜ਼ਗੀਰਦਾਰਾਂ ਦਾ ਪੱਖ ਨਹੀਂ ਲਿਆ, ਉਹਨੇ ਦੂਆ ਪੱਖ ਲਿਆ। ਦੇਖੋ ਇੱਕ ਸਮਝਣ ਵਾਲੀ ਗੱਲ ਹੈ, ਸਮਾਜਿਕ ਤਬਦੀਲੀਆਂ ਜਿਹੜੀਆਂ ਹੈਗੀਆਂ ਇਹ ਵਿਰੋਧ ਦੇ ਵਿੱਚੋਂ ਨਿਕਲਦੀਆਂ। ਜਿਸ ਵੇਲੇ ਵਿਰੋਧ ਹੁੰਦਾ ਇੱਕ ਦੂਜੇ ਦਾ, ਜਿਸ ਵੇਲੇ ਕੋਈ ਚੱਕਦਾ ਕੰਮ ਨੂੰ ਜਾ ਕੇ, ਜਿਸ ਆਸ ਵੇਲੇ ਯੁੱਧ ਹੁੰਦਾ ਉਸ ਵੇਲੇ ਜਿਹੜਾ ਹੈਗਾ ਕਿਸਾਨੀ ਜਿੱਦਾਂ ਕਹਿੰਦਾ ਅੰਦੋਲਨ ਨਹੀਂ ਹੈ, ਕਿਸਾਨੀ ਬਗਾਵਤ ਸੀ ਉਸ ਵੇਲੇ, ਕਿਉਂਕਿ ਅੰਦੋਲਨ ਨਹੀਂ ਚੱਲ ਸਕਦਾ ਉਸ ਵੇਲੇ। ਜੇ ਤੁਸੀਂ ਕਹੋ ਵੀ ਉਹ ਸਮਾਂ ਸੀਗਾ ਜਾ ਕੇ ਵੀ ਤੁਸੀਂ ਅਰਜੀ ਲਿਖ ਕੇ ਦੇ ਦਿਓ, ਹਾਂ ਜਾਂ ਅਰਜੀ ਲਿਖ ਕੇ ਦੇ ਦਿਓ ਜਾਂ ਤੁਸੀਂ ਧਰਨਾ ਮਾਰ ਦਿਓ ਜਾ ਕੇ, ਇਹ ਟਾਈਮ ਨਹੀਂ ਸੀ ਉਸ ਵੇਲੇ ਵੀ ਤੁਸੀਂ ਇਹ ਕਰੋ। ਉਸ ਵੇਲੇ ਰਾਜ ਹੋਰ ਸੀ, ਕਿਉਂਕਿ ਏਸ਼ੀਆ ਦੀ ਮਾਈਟੀਐਸਟ ਪਾਵਰ ਮੁਗਲ ਅੰਪਾਇਰ ਉਸ ਵੇਲੇ ਰਾਜ ਕਰ ਰਹੀ ਸੀਗੀ। ਇਸ ਵੇਲੇ ਪੂਰੇ ਅਰੂਜ ਦੇ ਉੱਪਰ ਸੀਗੀ। ਉਹਦਾ ਡਾਊਨਫਾਲ ਸ਼ੁਰੂ ਹੁੰਦਾ ਇੱਥੋਂ ਸ਼ੁਰੂ ਹੁੰਦਾ ਡਾਊਨਫਾਲ। ਜਿਸ ਵੇਲੇ ਉਹ ਪੰਜਾਬ ਦੇ ਵਿੱਚ ਪੰਜਾਬ ਬਾਗੀ ਹੋਇਆ ਉਹਦੇ ਨਾਲ ਡਾਊਨਫਾਲ ਸ਼ੁਰੂ ਹੋਇਆ 1708 ਦੇ ਵਿੱਚ ਗੁਰੂ ਸਾਹਿਬ ਦਾ ਇਹ ਹੋਇਆ। ਅਤੇ ਉਹ ਤੋਂ ਪਹਿਲਾਂ ਗੁਰੂ ਸਾਹਿਬ ਇਹ ਮਹਾਨ ਸੰਘਰਸ਼ ਵਿੱਢਣ ਤੋਂ ਪਹਿਲਾਂ ਉਹ ਮੁਗਲ ਬਾਦਸ਼ਾਹ ਦੇ ਨਾਲ ਇੱਕ ਵਾਰ ਗੱਲ ਕਰਨੀ ਚਾਹੁੰਦੇ ਸੀ। ਗੱਲ ਕਰਨੀ ਚਾਹੁੰਦੇ ਸੀਗੇ ਵੀ ਇਹ ਤਾਂ ਹੈਗਾ ਜੇ ਆ ਸਿਸਟਮ ਤੁਸੀਂ ਖਤਮ ਕਰਦੇ ਆ ਇਹਦੇ ਜਾ ਕੇ ਵੀ ਅਸੀਂ ਨਹੀਂ ਕਰਦੇ ਹੈ ਜਾ ਕੇ। ਉਹ ਜਿਹੜੀ ਹੈਗੀ ਆ ਸੁਣੀ ਨਹੀਂ ਗੱਲ, ਇਸੇ ਨੀਤ ਦੇ ਵਿੱਚ ਉਹ ਗਏ, ਉਹਨੇ ਕੋਈ ਗੱਲ ਸੁਣੀ ਨਹੀਂ ਹੈ ਜਾ ਕੇ। ਉਹ ਕਿਉਂਕਿ ਉਹ ਤਾਂ ਜ਼ਗੀਰਦਾਰਾਂ ਦੇ ਅਸਰ ਦੇ ਹੇਠ ਸੀ, ਉਹ ਸਿਸਟਮ ਨੂੰ ਬਦਲਣ ਦੇ ਰੈਡੀ ਨਹੀਂ ਸੀ ਹੈ ਜਾ ਕੇ।
ਉਹ ਜਿਹੜੇ ਹੈ ਧਰਮ ਦੇ ਹਿਸਾਬ ਨਾਲ ਤਾਂ ਥਿੰਦ ਸਾਹਿਬ ਦੇਖਿਓ ਅਸੀਂ ਸਾਰਾ ਹੀ ਜ਼ੋਰ ਜਿਹੜਾ ਇਸ ਗੱਲ ਤੇ ਲਾਇਆ ਜਾ ਕੇ ਵੀ ਗੁਰੂ ਸਾਹਿਬ ਨੇ ਧਰਮ ਦੀ ਖਾਤਰ ਰਾਹ ਕੀਤਾ, ਧਰਮ ਦੀ, ਜਾਂ ਫਿਰ ਆਪਾਂ ਨੂੰ ਇਹ ਮੰਨਣਾ ਪਊਗਾ ਵੀ ਉਹਨਾਂ ਦਾ ਧਰਮ ਹੀ ਇਹ ਸੀਗਾ ਵੀ ਹੇਠਾਂ ਜਿਹੜੀ ਮਜ਼ਾਰਾ ਜਮਾਤ ਹੈ, ਮਜ਼ਾਰਾ ਜਮਾਤ ਨੂੰ ਲਿਬਰੇਸ਼ਨ ਦਵਾਉਣੀ, ਦੂਈ ਦਵਾਉਣੀ, ਲੁਟੇਰਿਆਂ ਨੂੰ ਖਤਮ ਕਰਨਾ। ਥਿੰਦ ਸਾਹਿਬ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਸ ਵੇਲੇ ਫਿਰ ਉਹ ਜਾਂਦੇ ਆ ਉੱਥੋਂ ਉਹ ਚਲੇ ਜਾਂਦੇ ਆ ਜਾ ਕੇ ਬੰਦੇ ਬਹਾਦਰ ਦੇ ਕੋਲ ਚਲੇ ਜਾਂਦੇ ਆ। ਬੰਦੇ ਬਹਾਦਰ ਦੇ ਕੋਲ ਜਿਸ ਵੇਲੇ ਜਾਂਦੇ ਆ ਉਹ ਗੁਰੂ ਸਾਹਿਬ ਦੀ ਜਿਹੜੀ ਹੈਗੀ ਆ ਇਹ ਸੰਘਰਸ਼ ਸ਼ੁਰੂ ਕਰਨ ਤੋਂ ਬਾਅਦ ਅਚਾਨਕ ਜਾ ਕੇ ਉੱਥੇ ਜਿਹੜੀ ਹੈਗੀ ਆ ਉਹਨਾਂ ਦੀ ਡੈਥ ਹੋ ਜਾਂਦੀ ਹੈ ਜੀ, ਅਚਾਨਕ ਹੁੰਦੀ ਹੈ, ਕਿਉਂਕਿ ਉਹ ਅਟੈਕ ਹੋ ਜਾਂਦਾ। ਅਟੈਕ ਹੋਣ ਤੋਂ ਉਹ ਤੋਂ ਪਹਿਲਾਂ ਉਹ ਫਿਰ ਬੰਦੇ ਬਹਾਦਰ ਨੂੰ ਭੇਜਦੇ ਆ ਪੰਜਾਬ ਦੇ ਵਿੱਚ। ਇਹ ਉਹ ਸੰਘਰਸ਼ ਉਹਨੇ ਆਪ ਲੀਡ ਕਰਨਾ ਸੀ ਪੰਜਾਬ ਦੇ ਵਿੱਚ, ਉਹਦੀਆਂ ਤਿਆਰੀਆਂ ਮੁਕੰਮਲ ਸੀ, ਤਿਆਰ ਪੂਰੀ ਤਰ੍ਹਾਂ, ਲੋਕ ਐਨ ਤਿਆਰ ਸੇ। 80,000 ਬੰਦਾ ਇੱਕ ਤਾਂ ਕਿਸੇ ਨਾਲ ਵਲੰਟੀਅਰ ਬਣ ਕੇ ਘਰਾਂ ਨੂੰ ਗਿਆ ਸੀਗਾ ਜਾ ਕੇ ਵੀ ਕੋਈ ਨਹੀਂ ਹੁਣ ਗੁਰੂ ਸਾਹਿਬ ਦਾ ਕਾਲ ਆਊਗਾ ਤੇ ਉਸ ਕਾਲ ਦੇ ਉੱਤੇ ਫਿਰ ਅਸੀਂ ਇਹ ਕਰਦੇ ਹਾਂ। ਪਰ ਉਹ ਨਹੀਂ ਕਿਹਾ ਵੀ ਉਹ ਕਾਲ ਕਰਨ ਤੋਂ ਪਹਿਲਾਂ ਫਿਰ ਉਹ ਨਹੀਂ ਕਿਹਾ ਵੀ ਨਹੀਂ ਇੱਕ ਵਾਰ ਗੱਲ ਕਰਕੇ ਦੇਖ ਲਈਏ ਜੇ ਸਿਸਟਮ ਦੇ ਵਿੱਚ ਕੋਈ ਤਬਦੀਲੀ ਲਿਆਉਣ ਨੂੰ ਤਿਆਰ ਹੈਗੇ ਤਾਂ, ਪਰ ਉਹ ਨਹੀਂ ਹੋਈ ਜਾ ਕੇ ਉੱਥੋਂ ਚਲੇਗਾ। ਉੱਥੋਂ ਜਦ ਨਾ ਹੋਇਆ ਤਾਂ ਫਿਰ ਉਹਨੇ ਬੰਦੇ ਬਹਾਦਰ ਨੂੰ ਕਿਹਾ। ਹੁਣ ਜਿਸ ਵੇਲੇ ਬੰਦੇ ਬਹਾਦਰ ਨੂੰ ਭੇਜਿਆ ਜਾਂਦਾ, ਬੰਦੇ ਬਹਾਦਰ ਨੂੰ ਫੁੱਲ ਇੰਸਟਰਕਸ਼ਨਾਂ ਦਿੱਤੀਆਂ ਜਾਂਦੀਆਂ, ਬੰਦੇ ਬਹਾਦਰ ਨੂੰ ਪੂਰਾ ਦੱਸਿਆ ਜਾਂਦਾ ਵੀ ਫਲਾਣੇ ਥਾਂ ਜਾਣਾ ਹੈ। ਇਸ ਤੋਂ ਪਹਿਲਾਂ ਹਾਂਜੀ ਬੰਦੇ ਬਹਾਦਰ ਨੂੰ ਫਿਰ ਸਭ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਸੋਸ਼ਲ ਜਸਟਿਸ ਕੀ ਆ, ਪੰਜਾਬ ਦੇ ਹਾਲਾਤ ਕਿਹੋ ਜਿਹੇ ਆ, ਕਿਸਾਨੀ ਜਿਹੜੀ ਆ ਖਾਸ ਤੌਰ 'ਤੇ ਮੁਜ਼ਾਹਰੇ ਨੇ ਉਹ ਕਿਸ ਤਰੀਕੇ ਨਾਲ ਲੁੱਟੇ ਜਾ ਰਹੇ ਨੇ। ਇਹ ਤਾਂ ਫਿਰ ਗੁਰੂ ਸਾਹਿਬ ਨੇ ਸਾਰੀ ਗੱਲ ਉਹਨੂੰ ਸਮਝਾ ਕੇ ਤੇ ਡਿਊਟੀ ਲਾਈ ਆ ਕਿ ਤੁਸੀਂ ਆਹ ਕੰਮ ਕਰਨਾ ਜਾ। ਬਿਲਕੁਲ ਠੀਕ ਤੁਸੀਂ ਗੱਲ ਕਹੀ ਥਿੰਦ ਸਾਹਿਬ। ਹੁਣ ਮੈਂ ਦੇਖਿਆ ਵਿਦ ਫੁੱਲ ਰਿਗਾਰਡ ਟੂ ਬੰਦਾ ਬਹਾਦਰ ਇੱਕ ਸਧਾਰਨ ਸਾਧ ਸੀਗਾ ਜੀ। ਉਹ ਕੀ ਸੀ, ਮਾਧੋ ਦਾਸ ਬੈਠਾ ਸੀ ਉੱਥੇ ਆਪਣੇ ਡੇਰੇ ਦੇ ਵਿੱਚ, ਉਹਨੂੰ ਇਹਨਾਂ ਸਮੱਸਿਆਵਾਂ ਦਾ ਕੀ ਪਤਾ ਸੀ। ਹੁਣ ਤਾਂ ਪੰਜਾਬ ਦੇ ਵਿੱਚ ਆ ਕੇ ਆਰਗੇਨਾਈਜੇਸ਼ਨ ਇੱਕ ਦਿਨ ਉਹਨਾਂ ਸੀ ਕੰਮ ਕੀਤਾ। ਬਿਲਕੁਲ ਉਹ ਤਾਂ ਜਿਹੜਾ ਸੀ ਉਹ ਕੰਮ ਉਹ ਬੰਦੇ ਬਹਾਦਰ ਨੇ ਥੋੜ੍ਹਾ ਕੀਤਾ ਗਿਆ। ਬੰਦੇ ਬਹਾਦਰ ਨੂੰ ਫਿਰ ਉਹਨੇ ਬਿਠਾਇਆ, ਗੁਰੂ ਸਾਹਿਬ ਨੇ ਉਹਦੀ ਕਾਇਆ ਕਲਪ ਕਰਕੇ ਉਹਨੇ ਦੇਖਿਆ ਵੀ ਇਸ ਬੰਦੇ ਦੇ ਵਿੱਚ ਹੈ ਕੁਛ, ਸਪਾਰਕ ਹੈਗੀ ਹੈ ਜਿਹੜਾ ਕਰ ਸਕਦਾ ਜਾ ਕੇ। ਉੱਥੋਂ ਫਿਰ ਉਹਨੇ ਪੂਰੀਆਂ ਇੰਸਟਰਕਸ਼ਨ ਨਹੀਂ ਦਿੱਤੀਆਂ। ਉਹ ਕਹਿੰਦੇ ਜਿੰਨੇ ਦਿਨ ਉੱਥੇ ਬੰਦੇ ਬਹਾਦਰ ਕੋ ਮਹੀਨਾ ਜਦ 2 ਮਹੀਨੇ ਜਿੰਨਾ ਚਿਰ ਰਹੇ ਆ, ਉਹ ਪੂਰੀਆਂ ਇੰਸਟਰਕਸ਼ਨ ਆ ਕੇ ਉਹਨੂੰ ਟ੍ਰੇਨ ਕਰਦੇ ਰਹੇ ਉਹਦੇ ਵਿੱਚ ਜਾ ਕੇ। ਫਿਰ ਵੀ ਤੈਂ ਕੰਮ ਕਰਨਾ, ਪਹਿਲਾਂ ਕਿੱਥੇ ਜਾਣਾ, ਕਿਹਨੂੰ ਕੰਟੈਕਟ ਕਰਨਾ, ਫਲਾਨੀ ਜਗ੍ਹਾ ਤੇ ਫਲਾਨੇ ਬੰਦੇ ਬੈਠੇ ਆ, ਫਲਾਨੀ ਜਗ੍ਹਾ ਤੇ ਸਾਡੇ ਫਲਾਨੇ ਬੰਦੇ ਬੈਠੇ ਆ, ਉਹ ਬੰਦੇ ਇੰਨੇ ਮਿਲੀਟੈਂਟ ਆ, ਕੰਟੈਕਟ ਵੀ ਕੀਤਾ ਜਾਂਦਾ। ਉਸ ਪਿੰਡ ਦੇ ਵਿੱਚ ਸਾਡਾ ਇੰਨਾ ਰਸੂਖ ਆ, ਉਸ ਪਿੰਡ 'ਚ ਇੰਨਾ ਰਸੂਖ ਹੈ, ਇਹ ਸਾਡੇ ਨਾਲ ਬੰਦੇ ਲੱਗਦੇ ਹੈਗੇ ਆ, ਇਹ ਸਾਡੇ ਹੱਕ ਦੇ ਵਿੱਚ ਬੰਦੇ ਹੈਗੇ। ਸਾਰੀ ਇਨਫੋਰਮੇਸ਼ਨ ਦੇ ਕੇ ਬੰਦੇ ਨੂੰ ਫਿਰ ਉਹਨੇ ਨਾਲ ਬੰਦੇ ਭੇਜੇ ਵੀ ਇਹ ਬੰਦੇ ਨਾਲ ਲੈ ਜਾਣਾ, ਇਹ ਬੰਦੇ ਜਾਊਗੇ, ਇਹਨਾਂ ਨੂੰ ਜਾਣਕਾਰੀ ਹੈਗੀ ਸਾਰੀ, ਇਹਨਾਂ ਨੂੰ ਸਾਰੇ ਇਕੱਲੇ ਪਿੰਡ ਦਾ ਪਤਾ ਵੀ ਕਿੱਥੇ ਕਿੱਥੇ ਬੰਦੇ ਹੈਗੇ ਆ ਔਰ ਕਿਹਨਾਂ ਬੰਦਿਆਂ ਨੂੰ ਕਿੱਦਾਂ ਕਰਨਾ ਹੈ। ਫਿਰ ਉਹਨੇ ਨਾਲ ਜਾ ਕੇ ਉੱਥੇ ਹੁਕਮਨਾਮਾ ਭੇਜਿਆ, ਨਾਲ ਲਿਖਿਆ, ਲੋਕਾਂ ਨੂੰ ਕਨਵਿੰਸ ਕਰਨ ਲਈ ਵੀ ਠੀਕ ਆ ਗੁਰੂ ਸਾਹਿਬ ਨੇ ਭੇਜਿਆ ਬੰਦੇ ਨੂੰ, ਆਪਣੇ ਆਪ ਨਹੀਂ ਆ ਗਿਆ ਇਹ ਜਾ ਕੇ। ਸੋ ਉੱਥੋਂ ਫਿਰ ਬੰਦਾ ਜਿਹੜਾ ਹੈਗਾ ਕੋਈ ਸ਼ਸਤਰ ਦਿੱਤੇ ਉਹਨੂੰ ਜਾ ਕੇ, ਇਹ ਵੀ ਦੱਸਣ ਦੇ ਲਈ ਵੀ ਗੁਰੂ ਸਾਹਿਬ ਦੇ ਸ਼ਸਤਰ ਆ ਬੰਦੇ ਕੋ, ਗੁਰੂ ਸਾਹਿਬ ਦਾ ਇਹ ਹੁਕਮਨਾਮਾ ਹੈਗਾ ਜੀ। ਬੰਦਾ ਫਿਰ ਉੱਥੋਂ ਤੁਰਦਾ ਥਿੰਦ ਸਾਹਿਬ। ਹੁਣ ਸਾਨੂੰ ਕੀ ਦੱਸਿਆ ਜਾਂਦਾ ਜੀ, ਸਾਨੂੰ ਦੱਸਿਆ ਜਾਂਦਾ ਜੀ ਵੀ ਗੁਰੂ ਸਾਹਿਬ ਨੇ ਉਹਨੂੰ ਕਿਹਾ ਜਾ ਕੇ ਵੀ ਵਜ਼ੀਰ ਖਾਂ ਤੋਂ ਬਦਲਾ ਲੈਣਾ, ਵਜ਼ੀਰ ਖਾਂ ਤੋਂ ਬਦਲਾ ਲੈਣਾ ਵੀ ਕਿਉਂਕਿ ਵਜ਼ੀਰ ਖਾਂ ਨੇ ਸਾਡੇ ਨਾਲ ਆਬਾਦੀ ਕੀਤੀ ਆ। ਇਸ ਕਰਕੇ ਥਿੰਦ ਸਾਹਿਬ ਜਿਹੜਾ ਬੰਦਾ ਇਹ ਕਹਿੰਦਾ 4 ਮੋਏ ਤੋਂ ਕਿਆ ਹੋਊਗਾ ਜੀਵਤ ਕਈ ਹਜ਼ਾਰ, ਉਹਨੂੰ ਆਪਣੇ ਬੱਚਿਆਂ ਦੇ ਬਦਲੇ ਦਾ ਰੌਲਾ ਨਹੀਂ ਹੈ ਜਿਹੜਾ ਕਿ ਸਾਨੂੰ ਖਾਮ ਸਾਡੇ ਮੂਹਰੇ ਰੱਖੀ ਜਾਂਦੀ ਹੈ ਗੱਲ। ਖਾਲਸੇ ਦੀ ਕ੍ਰੀਏਸ਼ਨ ਬਦਲਾ ਲੈਣ ਲਈ ਨਹੀਂ ਹੋਈ ਹੈ, ਇਹ ਮੈਂ ਬਾਰ-ਬਾਰ ਕਹਿਣਾ ਚਾਹੁੰਦਾ। ਖਾਲਸੇ ਦੀ ਕ੍ਰੀਏਸ਼ਨ ਇੱਕ ਯੁੱਗ ਪਲਟਾਉਣ ਦੇ ਲਈ ਹੋਈ ਹੈ, ਇੱਕ ਯੁੱਗ ਬਦਲਣ ਦੇ ਲਈ ਹੋਈ ਹੈ, ਇੱਕ ਸਮਾਜਿਕ ਤੇ ਆਰਥਿਕ ਤਬਦੀਲੀ ਕਰਨ ਦੇ ਲਈ ਜਿਹੜੀ ਹੋਈ ਆ। ਉਹ ਇਸ ਗੱਲ ਕਰਕੇ ਨਹੀਂ ਹੋਈ ਹੈ ਵੀ ਬਦਲਾ ਲੈਣਾ। ਵਜ਼ੀਰ ਖਾਂ ਕੀ ਸੀ, ਵਜ਼ੀਰ ਖਾਂ ਤਾਂ ਇੱਕ ਜ਼ਾਲਮ ਸਰਕਾਰ ਦਾ ਮੋਹਰਾ ਸੀਗਾ। ਵਜ਼ੀਰ ਖਾਂ ਮਰ ਜਾਂਦਾ, ਹੋਰ ਆ ਜਾਂਦੇ ਮੋਹਰੇ ਜਾ ਕੇ ਠੀਕ ਹੈ। ਉਹ ਵਜ਼ੀਰ ਖਾਂ ਨੂੰ ਖਾਮ-ਖਾ ਲਿਆ ਕੇ ਅੜਾਇਆ ਜਾਂਦਾ ਜਾ ਕੇ ਵੀ ਜੀ ਵਜ਼ੀਰ ਖਾਂ ਦਾ ਹੀ ਰੌਲਾ ਸੀ, ਵਜ਼ੀਰ ਖਾਂ ਦਾ ਹੀ ਰੌਲਾ ਸੀ। ਵਜ਼ੀਰ ਖਾਂ ਨਾਲ ਨਹੀਂ ਰੌਲਾ, ਸਿਸਟਮ ਦੇ ਨਾਲ ਰੌਲਾ ਸੀਗਾ ਇੱਕ। ਉਹ ਸਿਸਟਮ ਨੂੰ ਬਦਲਣ ਦੀ ਗੱਲ ਸੀਗੀ ਜਾ ਕੇ। ਉਹ ਮੁਜ਼ਾਹਰਿਆਂ ਨੂੰ ਨਜਾਤ ਬਣਾਉਣ ਦੀ ਗੱਲ ਸੀ, ਜਗੀਰਦਾਰੀ ਚੁੰਗਲ 'ਚੋਂ ਆਜ਼ਾਦ ਕਰਾਉਣ ਦੀ ਗੱਲ ਸੀਗੀ, ਜਿਹਦੇ ਲਈ ਸਾਰਾ ਸੰਘਰਸ਼ ਹੋਇਆ ਜਾ ਕੇ। ਉੱਥੋਂ ਆ ਗਿਆ ਜੀ ਵਜਾ ਕੇ। ਉੱਥੋਂ ਬੰਦਾ ਬਹਾਦਰ ਜਿਸ ਵੇਲੇ ਆ ਜਾਂਦਾ, ਜਿਸ ਵੇਲੇ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਚਾਹ ਕੇ ਵੀ ਇਹ ਗੁਰੂ ਸਾਹਿਬ ਦਾ ਹੁਕਮਨਾਮਾ, ਗੁਰੂ ਸਾਹਿਬ ਨੇ ਐਲਾਨ ਕਰ ਦਿੱਤਾ ਜੰਗ ਦਾ ਔਰ ਜਰਨੈਲ ਥਾਪ ਕੇ ਭੇਜ ਦਿੱਤਾ। ਥਿੰਦ ਸਾਹਿਬ ਬੰਦੇ ਨੂੰ ਇੱਕ ਮਿੰਟ ਮੈਂ ਤਾਂ ਬੰਦੇ ਨੂੰ ਭਰਤੀ ਕਰਨ ਦੇ ਲਈ ਇੱਕ ਐਫਰਟ ਵੀ ਨਹੀਂ ਕਰਨੀ ਪਈ। ਹੋਰ ਲੋਕਾਂ ਦੇ ਜਥਿਆਂ ਦੇ ਜਥੇ ਪਿੰਡਾਂ ਦੇ ਵਿੱਚ ਤੁਰ ਪੈਂਦੇ ਆ ਜੀ। ਜਥਿਆਂ ਦੇ ਜਥੇ ਬੰਦੇ ਦੇ ਝੰਡੇ ਦੇ ਹੇਠਾਂ ਆ ਜਾਂਦੇ ਆ ਜਾ ਕੇ, ਜਦੋਂ ਉਹਨਾਂ ਨੂੰ ਪਤਾ ਲੱਗ ਜਾਏ ਜਾ ਕੇ ਵੀ ਗੁਰੂ ਸਾਹਿਬ ਨੇ ਹੁਕਮ ਭੇਜ ਦਿੱਤਾ। ਕਿਉਂਕਿ ਉਹਨਾਂ ਨੇ ਪਹਿਲਾਂ ਉਹ ਲੋਕ ਕੰਮ ਕੀਤਾ ਸੀ, ਉਹ ਤਿਆਰੀ ਹੋਈ ਹੋਈ ਸੀ ਪਿੰਡਾਂ ਦੇ ਵਿੱਚ ਸਾਰੀ ਜਾ ਕੇ। ਐਵੇਂ ਨਹੀਂ ਹੋ ਗਏ ਇਹ ਲੋਕ, ਐਵੇਂ ਤੁਸੀਂ ਹੁਣ ਕਹਿੰਦੇ ਵੀ ਬੰਦੇ ਦੇ ਐਵੇਂ ਬੰਦੇ ਦੇ ਮਗਰ ਉੱਠ ਕੇ ਲੋਕ ਤੁਰ ਪਏ। ਦੋਨੋਂ
ਪੂਰੀ ਤਿਆਰੀ ਹੋਈ ਹੋਈ ਸੀ ਪਹਿਲਾਂ ਜਾ ਕੇ ਵੀ ਇਹ ਸੰਘਰਸ਼ ਵਿੱਢਣਾ ਹੈ, ਇਹ ਸਿਸਟਮ ਨੂੰ ਖਤਮ ਕਰਨਾ ਹੈਗਾ, ਇਹ ਮੁਜ਼ਾਹਰਾ ਪ੍ਰਥਾ ਜਿਹੜੀ ਆ ਇਹ ਖਤਮ ਕਰਨੀ ਹੈ, ਕਿਉਂਕਿ ਮੁਜ਼ਾਹਰਾ ਪ੍ਰਥਾ ਤੋਂ ਲੋਕ ਤੰਗ ਬਹੁਤ ਆਏ ਹੋ ਸੀਗੇ ਜਾ ਕੇ ਜੀ। ਔਰ ਜਿਸ ਵੇਲੇ ਫਿਰ ਬੰਦਾ ਆਉਂਦਾ ਉਸ ਵੇਲੇ ਲੋਕ 3 ਪਿੰਡਾਂ ਦੇ ਵਿੱਚੋਂ ਕੋਈ ਉਹਨਾਂ ਕੋਲ ਹਥਿਆਰ ਨਾ ਸੀ, ਕਿਸੇ ਨੇ ਦਾਤੀ ਚੱਕ ਲਈ, ਰੰਬਾ ਚੱਕ ਲਿਆ, ਕੁਆੜੀ ਚੱਕ ਲਈ, ਕਿਸੇ ਨੇ ਡਾਂਗ ਚੱਕ ਲਈ, ਬਰਛਾ ਚੱਕ ਲਿਆ, ਜੋ ਕਿਸੇ ਦੇ ਹੱਥ ਦੇ ਵਿੱਚ ਆਇਆ ਜੀ ਉਹ ਲੈ ਕੇ ਬੰਦੇ ਨਾਲ ਤੁਰ ਪਏ ਜਾ ਕੇ ਔਰ ਉਹਨੇ ਜਾ ਕੇ ਜਿਹੜੀ ਹੈਗੀ ਉੱਥੇ ਯੁੱਧ ਲੜੀ ਹੈ। ਹੁਣ ਤੁਸੀਂ ਜਿਹੜੇ ਕਹੀ ਜਾਂਦੇ ਆ ਜੀ ਵੀ ਵਜ਼ੀਰ ਖਾਂ ਦੇ ਨਾਲ ਇਹ ਲੜਾਈ ਸੀਗੀ, ਵਜ਼ੀਰ ਖਾਂ ਤਾਂ 1710 ਦੇ ਵਿੱਚ ਮਾਰਿਆ ਗਿਆ ਸੀਗਾ ਉੱਥੇ ਸਰਹੰਦ ਦੀ ਲੜਾਈ ਵਿੱਚ, ਕੀ ਉਹ ਫਿਰ ਜੰਗ ਹਟ ਗਈ? ਉਹ ਜੰਗ 19 ਦੇਰ ਤੱਕ ਨਹੀਂ ਹਟੀ। ਬੰਦੇ ਨੇ ਦੇਖੋ ਜਿਹੜੇ ਹਿਸਟਰੀ ਨੂੰ ਥੋੜ੍ਹਾ ਬਹੁਤ ਜਾਣਦੇ ਆ ਉਹ ਬੰਦੇ ਨੇ ਪਹਿਲਾ ਕੰਮ ਕੀ ਕੀਤਾ? ਫਸਟ ਕੰਮ ਬੰਦੇ ਨੇ ਇਹ ਨਹੀਂ ਕਿਹਾ ਵੀ ਸਿੱਖ ਧਰਮ 'ਚ ਰਲੋ ਆ ਕੇ। ਸਿੱਖ ਧਰਮ ਦੇ ਵਿੱਚ ਤਾਂ ਰਲਾਉਣ ਦਾ ਤਾਂ ਕੰਮ ਹੀ ਨਹੀਂ ਸੀ, ਕਨਵਰਸ਼ਨ ਤਾਂ ਕਰਵਾਈ ਨਹੀਂ ਕਿਸੇ ਨੇ। ਕਿਸੇ ਸਿੱਖ ਗੁਰੂ ਨੇ ਇੱਕ ਬੰਦੇ ਨੂੰ ਵੀ ਜ਼ਬਰਦਸਤੀ ਕੋਈ ਧਰਮ ਨਹੀਂ ਮਨਾਇਆ ਗਿਆ, ਤਾਂ ਬੰਦੇ ਨੇ ਜ਼ਬਰਦਸਤੀ ਧਰਮ ਕੋਈ ਮਨਵਾਇਆ ਗਿਆ। ਸਿੰਧ ਸਾਹਿਬ ਧਰਮ ਦੀ ਜੇ ਲੜਾਈ ਆਪਾਂ ਕਰਦੇ, ਬੰਦੇ ਦੀ ਫੌਜ ਦੇ ਵਿੱਚ ਤਾਂ ਮੁਸਲਮਾਨ ਵੀ ਸੀ, ਬੰਦੇ ਦੀ ਫੌਜ ਤੇ ਹਿੰਦੂ ਵੀ ਸੀਗੇ, ਬੰਦੇ ਦੀ ਫੌਜ ਦੇ ਵਿੱਚ ਸਿੱਖ ਵੀ ਸੀਗੇ, ਕਿਉਂਕਿ ਮੁਜ਼ਾਹਰੇ ਤਾਂ ਸਾਰੇ ਹੀ ਸੀ, ਲੁੱਟ ਤਾਂ ਸਾਰੇ ਹੀ ਹੋ ਰਹੇ ਸੀਗੇ। ਮੁਸਲਮਾਨ ਮੁਜ਼ਾਹਰਾ ਵੀ ਲੁੱਟ ਹੋ ਰਿਹਾ ਸੀ, ਦੂਆ ਸਿੱਖ ਹਿੰਦੂ ਸਾਰੇ ਲੁੱਟ ਹੋ ਰਹੇ ਸੀ। ਸੋ ਜੇ ਧਰਮ ਦੀ ਲੜਾਈ ਹੁੰਦੀ ਤਾਂ ਫਿਰ ਇਕੱਲੇ ਉਹੀ ਬੰਦੇ ਦੇ ਨਾਲ ਆ ਕੇ ਲੜਦੇ ਜਿਹੜੇ ਸਿੱਖ ਧਰਮ ਦੇ ਵਿੱਚ ਯਕੀਨ ਰੱਖਦੇ ਸੀ। ਬੰਦੇ ਦੀ ਫੌਜ ਦੇ ਵਿੱਚ ਉਹ ਬੰਦੇ ਆਏ ਜਿਹੜੇ ਮੁਜ਼ਾਹਰੇ ਬੰਦੇ ਸੀਗੇ, ਜਿਨ੍ਹਾਂ ਦੇ ਰੋਜ਼ ਲੁੱਟ ਹੋ ਰਹੇ ਸੀਗੇ, ਉਹ ਆ ਕੇ ਲੜੇ ਸਾਰੇ ਜਾ ਕੇ। ਸੋ ਜੇ ਇੱਦਾਂ ਦੀ ਗੱਲ ਹੁੰਦੀ ਵੀ ਇਹ ਆਹ ਧਾਰਮਿਕ ਯੁੱਧ ਹੈਗਾ, ਉਹਨੂੰ ਧਰਮ ਯੁੱਧ ਇਸ ਤਰ੍ਹਾਂ ਲਈ ਕਹਿ ਸਕਦੇ ਆ ਵੀ ਗੁਰੂ ਸਾਹਿਬ ਦਾ ਧਰਮ ਹੀ ਇਹ ਸੀਗਾ ਵੀ ਮੈਂ ਮੁਜ਼ਾਹਰਾ ਸ਼੍ਰੇਣੀ ਨੂੰ ਲਿਬਰੇਟ ਕਰਾਂ, ਜਿਹੜੀ ਆ ਜ਼ਿੰਦਗੀ ਬੈਟਰ ਬਣਾਉਣੀ, ਜ਼ਿੰਦਗੀ ਬੈਟਰ ਕਰਨੀ, ਫੇਰ ਧਰਮ ਕਹਿ ਸਕਦੇ ਆ ਜਾ ਕੇ। ਹੁਣ ਉੱਥੇ ਵੀ ਤੁਸੀਂ ਦੇਖੋ ਇੱਕ ਗੱਲ ਦੇਖੋ, ਗੁਰੂ ਸਾਹਿਬ ਨੇ ਕਿੰਨਾ ਖਿਆਲ ਰੱਖਿਆ। ਜਿਹਨੂੰ ਆਪਾਂ ਸੰਤ ਸਿਪਾਹੀ ਕਹਿੰਦੇ ਆ ਨਾ, ਉਹਨੇ ਸੇਂਟ ਸੋਲਜਰ ਦਾ ਕਨਸੈਪਟ ਦਿੱਤਾ, ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਇਸ ਗੱਲ ਤੇ ਵੀ ਫੌਜੀਆਂ ਨੇ ਜ਼ਿਆਦਤੀਆਂ ਕਰਨੀਆਂ। ਇਹ ਜਿਹੜੇ ਫੌਜੀ ਆ, ਚਾਹੇ ਮੁਸਲਮਾਨ ਫੌਜੀ ਆ, ਚਾਹੇ ਸਿੱਖ ਫੌਜੀ ਆ, ਤੇ ਚਾਹੇ ਇਹ ਫੌਜ ਜਿਹੜੀ ਜ਼ਿਆਦਤੀ ਕਰਦੀ ਆ, ਹਥਿਆਰ ਉਹਦੇ ਕੋਲ ਹਥਿਆਰ ਜ਼ਿਆਦਤੀ, ਉਹਦੇ ਨਾਲ ਉਹਨੇ ਸੇਂਟ ਲਾਇਆ, ਐਥਿਕਸ ਐਡ ਕੀਤੇ ਜਾ ਕੇ ਵੀ ਜਿਹੜਾ ਸਿਪਾਹੀ ਆ, ਮੇਰਾ ਸਿਪਾਹੀ ਦੂਜੀਆਂ ਸਿਪਾਹੀਆਂ ਵਰਗਾ ਨਹੀਂ ਹੋ ਸਕਦਾ ਹੈਗਾ ਜਾ ਕੇ। ਉਹਨਾਂ ਨੂੰ ਪਤਾ ਸੀ ਵੀ ਇਹ ਨਹੀਂ ਲੁੱਟਣ ਲੱਗ ਪੈਣਾ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ, ਜੇ ਇਹਨਾਂ ਨੂੰ ਨਾ ਇੱਦਾਂ ਦੀ ਸੰਤ ਸਿਪਾਹੀ ਬਣਾਏ ਜਾ ਕੇ ਵੀ ਨੋ ਆਹ ਕੰਮ ਨਹੀਂ ਕਰ ਸਕਦੇ ਤੁਸੀਂ, ਕਿਸੇ ਦੀ ਔਰਤ ਵੱਲ ਵੀ ਜ਼ਿਆਦਤੀ ਨਹੀਂ ਕਰ ਸਕਦੇ, ਕੋਈ ਲੁੱਟ ਮਾਰ ਨਹੀਂ ਤੁਸੀਂ ਕਰ ਸਕਦੇ ਜਾ ਕੇ। ਉਸ ਵੇਲੇ ਬੰਦੇ ਨੇ ਹੁਣ ਜਿਹੜੀਆਂ ਕਹਿੰਦੇ ਆ ਨਾ ਜੀ, ਹੁਣ ਸੈਯਦ ਮੁਹੰਮਦ ਲਤੀਫ ਨੇ ਵੀ ਬੜੇ ਬੰਦੇ ਦੇ ਖਿਲਾਫ ਵੀ ਲਿਖਿਆ ਜਾਏ, ਉਹ ਜਿਹੜੀਆਂ ਥਿੰਦ ਸਾਹਿਬ ਲੁੱਟਾਂ ਮਾਰਾਂ ਹੋਈਆਂ, ਉਹ ਜਗੀਰਦਾਰੀ ਪ੍ਰਥਾ ਦੇ ਖਿਲਾਫ ਹੋਈਆਂ। ਉਹਨਾਂ ਦੀ ਆਪਣੀਆਂ ਹੀ ਜ਼ਮੀਨਾਂ ਦੀ ਲੁੱਟ ਸੀ, ਉਹਨੂੰ ਜੇ ਤੁਸੀਂ ਲੁੱਟ ਕਹੀ ਜਾਂਦੇ, ਜੇ ਉਹਨੇ ਆਪਣੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ ਜਿੱਥੇ, ਤਾਂ ਉਹ ਲੁੱਟ ਸੀਗੀ, ਉਹਨੂੰ ਲੁੱਟ ਕਹਿੰਦੇ ਆ ਇਹ ਵੀ ਬੰਦੇ ਦੇ ਟਾਈਮ ਦੇ ਵਿੱਚ ਲੁੱਟ ਬੜੀ ਹੋਈ ਆ। ਉੱਥੇ ਹੋਇਆ ਕੀ? ਬੰਦੇ ਦਾ ਜਿਹੜਾ ਮੈਂ ਪਹਿਲਾਂ ਕਹਿ ਰਿਹਾ ਸੀ, ਬੰਦੇ ਦਾ ਪਹਿਲਾ ਫਰਮਾਨ ਕੀ ਸੀ? ਬੰਦੇ ਦਾ ਪਹਿਲਾ ਫਰਮਾਨ ਇਹ ਸੀ ਕਿ ਜਿੱਥੇ ਤੁਸੀਂ ਖੇਤੀ ਕਰਦੇ ਆ ਇਹਨਾਂ ਤੇ ਕਬਜ਼ੇ ਕਰ ਲਓ, ਇਹ ਜ਼ਮੀਨ ਹਲਵਾਖ ਦੀ, ਇਹ ਜ਼ਮੀਨ ਤੁਹਾਡੀ ਆ, ਇਹ ਤੇ ਤੁਸੀਂ ਕਬਜ਼ੇ ਕਰ ਲਓ। ਉਹ ਥਿੰਦ ਸਾਹਿਬ ਖਾਲਸੇ ਦੀ ਕ੍ਰੀਏਸ਼ਨ ਦੇ ਨਾਲ ਥਿੰਦ ਸਾਹਿਬ ਮਜ਼ਾਰੇ ਤੋਂ ਮਾਲਕ ਬਣਾਇਆ ਜੱਟ ਨੂੰ। ਅੱਜ ਜਿਹੜਾ ਪੰਜਾਬ ਦਾ ਜਿਹੜਾ ਜੱਟ ਆ ਮਾਲਕ ਬਣੀ ਬੈਠਾ ਆ, ਇਹ ਮਜ਼ਾਰੇ ਤੋਂ ਜੱਟ ਖਾਲਸੇ ਦੀ ਕ੍ਰੀਏਸ਼ਨ ਤੋਂ ਸ਼ੁਰੂ ਹੋਇਆ ਜਾ ਕੇ, ਉੱਥੋਂ ਇਹ ਮੂਵਮੈਂਟ ਚੱਲੀ ਹੈ, ਤਾਂ ਇਹ ਬਣ ਕੇ ਬੈਠੇ ਆ ਜਾ ਕੇ। ਹੁਣ ਜ਼ਮੀਨਾਂ ਦੇ ਮਾਲਕ ਕਿਸੇ ਕੋਲ 2 ਏਕੜ 4 ਏਕੜ 10 ਏਕੜ, ਪੰਜਾਬ ਦੇ ਵਿੱਚ ਹੈ ਨਹੀਂ ਜਗੀਰਦਾਰੀ, ਕਿਉਂ ਹੈ ਨਹੀਂ ਵੀ ਜਗੀਰਦਾਰੀ? ਉਹ ਬੰਦੇ ਦੇ ਬਹਾਦਰ ਖਤਮ ਹੋਈ ਆ ਉਹ। ਔਰ ਗੁਰੂ ਸਾਹਿਬ ਨੇ ਇਸੇ ਦਰਸ ਲਈ ਭੇਜਿਆ ਗਿਆ ਸੀ ਉੱਥੋਂ ਜਾ ਕੇ, ਤੁਸੀਂ ਜਿਸ ਜਾਂਦੇ ਆ। ਔਰ ਤੁਸੀਂ ਦੇਖੋ, ਜੇ ਇਹ ਧਰਮ ਦੇ ਯੁੱਧ ਹੁੰਦਾ ਤਾਂ ਫਿਰ ਬੰਦਾ ਜਾ ਕੇ ਕਨਵਰਸ਼ਨ ਕਰਾਉਣੀਆਂ ਸ਼ੁਰੂ ਕਰ ਦਿੰਦਾ। ਬੰਦਾ ਜਾ ਕੇ ਫਿਰ ਕਹੀ ਜ਼ਬਰਦਸਤੀ ਧਰਮ ਜਿਹੜਾ ਹੈਗਾ, ਬੰਦੇ ਨੇ ਜਿਹੜੇ ਮਾਰੇ ਆ, ਬੰਦੇ ਬਹੁਤ ਮਾਰੇ ਆ ਬੰਦੇ, ਉਹਦੀ ਜਗੀਰਦਾਰੀ ਦੇ ਖਿਲਾਫ ਇਹ ਜਿਹੜਾ ਸੰਘਰਸ਼ ਸੀਗਾ, ਇਹ ਮੈਂ ਮੰਨਦਾ ਵੀ ਇਹ ਸ਼ਾਂਤਮਈ ਸੰਘਰਸ਼ ਨਹੀਂ ਹੈ, ਇਹ ਇੱਕ ਬਗਾਵਤ ਸੀ, ਇੱਕ ਇਨਕਲਾਬ ਸੀ, ਜਿਹਨੇ ਇੱਕ ਸਿਸਟਮ ਨੂੰ ਬਦਲਿਆ, ਇੱਕ ਯੁੱਗ ਪਲਟਾਊ ਕੰਮ ਹੋਇਆ ਉਸ ਵੇਲੇ, ਇੱਕ ਯੁੱਗ ਬਦਲ ਗਿਆ। ਥਿੰਦ ਸਾਹਿਬ ਜਿਹੜਾ ਸੀ ਬਦਲ ਗਿਆ, ਜਾਂ ਇੱਦਾਂ ਮੈਂ ਕਹਿੰਦਾ ਪ੍ਰੋਸੈਸ ਸ਼ੁਰੂ ਹੋ ਗਿਆ ਉਹਦੇ ਨਾਲ। ਚਲੋ ਤੁਸੀਂ ਇਹ ਤਾਂ ਬਹੁਤ ਚਾਨਣ ਕਰਤਾ ਬਈ ਇਸ ਦਾ ਜਿਹੜਾ ਗੁਰੂ ਸਾਹਿਬ ਦਾ ਸਿਰਜਣਾ ਕਰਨ ਦਾ ਖਾਲਸੇ ਦਾ ਮਕਸਦ ਇਹ ਵੀ ਸੀ ਕਿ ਸੋਸ਼ਲ ਜਸਟਿਸ ਅਤੇ ਮੁਜ਼ਾਹਰੇ ਸਿਸਟਮ ਦੇ ਖਿਲਾਫ ਜਗੀਰ ਜਿਹੜਾ ਰਾਜ ਪ੍ਰਬੰਧ ਸੀ ਉਹ ਖ਼ਤਮ ਕੀਤਾ ਜਾਏ। ਪਰ ਇਹਦਾ ਅਧਿਆਤਮਕ ਪੱਖ ਵੀ ਗੁਰੂ ਸਾਹਿਬ ਨੇ ਬਾਕਾਇਦਾ ਤੌਰ 'ਤੇ ਦੱਸਿਆ, ਉਦੋਂ ਤੋਂ ਅਸੀਂ ਇੱਕ ਪਾਸੇ ਨਹੀਂ ਹਟ ਸਕਦੇ। ਥਿੰਦ ਸਾਹਿਬ ਦੇਖੋ, ਤੁਸੀਂ ਜਿਹੜੇ ਗੁਰੂ ਸਾਹਿਬ ਦੀ ਮਲਟੀ ਫੇਸਡ ਪਰਸਨੈਲਿਟੀ ਸੀ, ਯੈਸ, ਉਹ ਇੱਦਾਂ ਨਹੀਂ ਸੀ ਵੀ ਇੱਕੋ ਹੀ ਚੀਜ਼ ਸੀ। ਹੁਣ ਸੰਤ ਸਿਪਾਹੀ ਦਾ ਕਨਸੈਪਟ ਕੀ ਹੈ? ਸੰਤ ਕੀ ਹੈ? ਇਹ ਰਿਲੀਜੀਅਸ ਹੈ, ਇਹ ਸਪਿਰਿਚੁਅਲ ਹੈ, ਇਹ ਆਪੇ ਚੰਗਾ ਇਨਸਾਨ ਜਿਹੜਾ ਬਣਾਉਣ ਨਾਲ ਤੁਰਨ ਵਾਲੀ ਗੱਲ ਹੈਗੀ ਹੈ। ਦੇਖੋ, ਸਿੱਖੀਜ਼ਮ ਨੂੰ ਪ੍ਰਚਾਰ ਕਰਨ ਦੇ ਲਈ ਗੁਰਦੁਆਰਿਆਂ ਨੇ ਬਹੁਤ ਰੋਲ ਅਦਾ ਕੀਤਾ।
ਗੁਰਦੁਆਰਿਆਂ ਦਾ ਮੇਜਰ ਰੋਲ ਆ ਸਿੱਖੀਜ਼ਮ ਨੂੰ ਦੁਨੀਆ ਦੇ ਵਿੱਚ ਖਿਲਾਰਨ ਦੇ ਵਿੱਚ। ਔਰ ਇਸ ਅੱਜ ਦੇ ਪ੍ਰੋਗਰਾਮ ਰਾਹੀਂ ਮੈਂ ਇਹ ਵੀ ਅਪੀਲ ਕਰਨਾ ਚਾਹੁੰਦਾ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਹੈ ਉਹਨਾਂ ਨੂੰ ਇਹ ਕਿਹਾ ਵੀ ਉਹਨਾਂ ਦੀ ਮਲਟੀ ਫੇਸਡ ਪਰਸਨੈਲਿਟੀ ਦੇ ਉੱਤੇ ਜ਼ੋਰ ਦਿੱਤਾ ਜਾਵੇ। ਇਹ ਪੱਖ ਵੀ ਉਹਨਾਂ ਦੇ ਵਿੱਚ ਪਾਰਟ ਹੋਣਾ ਚਾਹੀਦਾ, ਕਿਉਂਕਿ ਗੁਰੂ ਸਾਹਿਬ ਦਾ ਪਾਰਟ ਸੀ ਲਾਈਫ ਦਾ। ਦੇਖੋ ਲਿਟਰਰੀ ਪੱਖ ਉਹਨਾਂ ਦਾ ਆਪਣਾ ਸੀਗਾ, ਫਾਈਟਰ ਦਾ ਪੱਖ ਆਪਣਾ ਸੀਗਾ, ਸਪਿਰਿਚੁਅਲ ਪੱਖ ਆਪਣਾ ਸੀਗਾ, ਧਾਰਮਿਕ ਪੱਖ ਆਪਣਾ ਸੀ, ਸੈਕੂਲਰ ਪੱਖ ਆਪਣਾ ਸੀਗਾ, ਅਤੇ ਬੜੇ ਬੜੇ ਵਿਦਵਾਨਾਂ ਦਾ ਪੱਖ ਆਪਣਾ ਸੀਗਾ। ਦੇਖੋ ਥਿੰਦ ਸਾਹਿਬ 42 ਸਾਲ ਦੀ ਉਮਰ ਦੇ ਵਿੱਚ ਕਿੰਨਾ ਕੰਮ ਕਰਦੇ, 42 ਸਾਲ ਦੀ ਉਮਰ ਵਿੱਚ ਕਿੰਨਾ ਸਟੋਰਮੀ ਕੈਰੀਅਰ ਸੀਗਾ। ਜਾ ਕੇ ਇੱਕ ਪਲ ਵੀ ਜਿਹਨੂੰ ਕਹਿੰਦੇ ਹੁੰਦੇ ਦਮ ਲੈਣ ਵਾਲੀ ਗੱਲ ਹੈ ਨਾ ਸੀ। ਜਾ ਕੇ ਚੱਲ ਸੌ ਸਾਲ ਪਰ ਉਹਨਾਂ ਫਿਰ 42 ਸਾਲਾਂ ਦੇ ਵਿੱਚ ਪੰਜਾਬ ਦੀ ਕਾਇਆ ਕਲਪ ਹੋਈ ਆ। ਪੰਜਾਬ ਫਿਰ ਬਦਲ ਗਿਆ। ਜਿਸ ਤਰ੍ਹਾਂ ਦਾ ਪੰਜਾਬ ਉਹਨਾਂ ਨੇ ਇਨਹੈਰਿਟ ਕੀਤਾ ਤੇ ਜਿਸ ਤਰ੍ਹਾਂ ਦਾ ਪੰਜਾਬ ਉਹ ਛੱਡ ਕੇ ਗਏ। ਜਿਸ ਵੇਲੇ ਹੁਣ ਪਹਿਲਾਂ ਆਪਾਂ ਸ਼ੁਰੂ ਕੀਤਾ ਜਾ ਕੇ ਵੀ ਜਿਸ ਵੇਲੇ 1675 ਦੇ ਵਿੱਚ ਪੰਜਾਬ ਦੀ ਹਾਲਤ ਸੀਗੀ, ਪੰਜਾਬ ਦੀ 1675 ਦੇ ਵਿੱਚ ਜਿਹੜੇ ਮਜ਼ਾਰੇ ਸੀਗੇ ਪੰਜਾਬ ਦੇ ਉਹ ਮਾਲਕ ਬਣ ਕੇ ਬਹਿ ਗਏ ਸੀ ਜਾ ਕੇ, ਔਰ ਹੁਣ ਤੱਕ ਮਾਲਕ ਬਣੇ ਬੈਠੇ ਆ ਜਾ ਕੇ। ਹੁਣ ਮਾਲਕ ਕਹਾਉਣੇ ਆ, ਆਪਣੇ ਹੁਣ ਮਜ਼ਾਰੇ ਨਹੀਂ ਕਹਾਉਂਦੇ। ਹੁਣ ਜਿੰਨੇ ਪੰਜਾਬ ਦੇ ਵਿੱਚ ਜੱਟ ਹੈਗੇ ਆ ਇਹ ਆਪਣੇ ਆਪ ਨੂੰ ਮਾਲਕ ਜ਼ਮੀਨਾਂ ਦੇ ਮਾਲਕ ਹੈ ਹੀ ਮਾਲਕ ਜਿਹੜੇ ਹੈ। ਸੋ ਇਹਦੇ ਨਾਲ ਮਲਟੀ ਫੇਸਡ ਪਰਸਨੈਲਿਟੀ ਦੇ ਨਾਲ ਨਾਲ ਜਿਹੜਾ ਸਪਿਰਿਚੁਅਲ ਪੱਖ ਇਗਨੋਰ ਨਹੀਂ ਉਹਨੇ ਕੀਤਾ ਜਾ ਕੇ। ਸਪਿਰਿਚੁਅਲ ਪੱਖ ਦੇ ਵਿੱਚ ਤਾਂ ਬੜਾ ਕੀਤਾ ਉਹਨੇ ਧਰਮ ਹੀ ਇਹਨੂੰ ਸਮਝਿਆ ਜਾ ਕੇ ਜਿਹੜੀ ਹੈਗੀ ਇਹਨੂੰ ਲੋਕ ਸੇਵਾ ਧਰਮ ਦਾ ਕੀਤਾ, ਇਹਨੂੰ ਹੀ ਧਰਮ ਲੈ ਕੇ ਅੱਗੇ ਚੱਲਿਆ ਜਾ ਕੇ। ਅਤੇ ਉਹਦੇ ਨਾਲ ਇੱਕ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀਗਾ ਉਹ ਇਹ ਕਹਿਣੀ ਚਾਹੁੰਦਾ ਸੀ ਵੀ ਉਸ ਵੇਲੇ ਜਿਹੜਾ ਮੂਵਮੈਂਟ ਨੂੰ ਫਲਿੱਪ ਮਿਲੀ ਨਾ ਜੀ, ਮੂਵਮੈਂਟ ਜਿੱਦਾਂ ਗੁਰੂ ਸਾਹਿਬ ਨੂੰ ਮੈਦਾਨ ਤਿਆਰ ਕਰਨ ਦੇ ਵਿੱਚ ਸਹਾਇਤਾ ਹੋਈ। ਜਿੱਦਾਂ ਹੁਣ ਕਈ ਵਾਰ ਹਾਲਾਤ ਅਸੀਂ ਮਾਡਰਨ ਮੈਂ ਆਉਣਾ ਤਾਂ ਨਹੀਂ ਚਾਹੁੰਦਾ ਹੈ, ਪਰ ਜੋ ਹਾਲਾਤ ਹੈਗੇ ਉਹ ਜਨਮ ਦਿੰਦੇ ਆ ਕਿਸੇ ਚੀਜ਼ ਨੂੰ। ਉਸ ਵੇਲੇ ਕੀ ਹੋਇਆ ਸੀਗਾ, ਉਸ ਵੇਲੇ ਗੌਰਮੈਂਟ ਨੇ ਟੈਕਸ ਬਹੁਤ ਵਧਾ ਦਿੱਤੇ ਸੀਗੇ। ਉਸ ਵੇਲੇ ਇੱਕ ਤਾਂ ਟੈਕਸ ਜਿਹੜਾ ਸੀਗਾ ਉਹ ਔਰੰਗਜ਼ੇਬ ਨੇ ਜਜ਼ੀਆ ਫੇਰ ਸ਼ੁਰੂ ਕਰਤਾ। ਠੀਕ ਹੈ, ਜਜ਼ੀਆ ਹੁੰਦਾ ਸੀ ਜਿਹੜਾ ਨੌਨ ਮੁਸਲਮਾਨਾਂ ਤੇ। ਇੱਕ ਜ਼ਕਾਤ ਸੀ। ਹੁਣ ਇਹ ਜਿਹੜੀ ਜ਼ਕਾਤ ਹੈ ਜੀ, ਜ਼ਕਾਤ ਹਰ ਮੁਸਲਮਾਨ ਨੂੰ ਦੇਣੀ ਪੈਂਦੀ ਹੈ। ਇਹ ਜ਼ਕਾਤ ਮੁਸਲਮਾਨਾਂ ਦੇ ਪ੍ਰਤੀ ਮੇਰਾ ਖਿਆਲ ਆਮ ਨੋਟ ਸ਼ੋਰ 2.5% ਹੈ ਸ਼ਾਇਦ ਕਿੰਨੀ ਆ, ਪਰ ਇਹ ਜ਼ਕਾਤ ਜਿਹੜੀ ਹੈਗੀ ਜ਼ਬਰਦਸਤੀ ਨਹੀਂ ਹੈ। ਇਹ ਹੈਗੀ ਆ ਵੀ ਜਿਹੜਾ ਦਿਲ ਕਰਦਾ ਜਿੱਦਾਂ ਹੁਣ ਸਿੱਖਾਂ ਵਿੱਚ ਦਸਵੰਧ ਆ, ਦਸਵੰਧ ਜ਼ਬਰਦਸਤੀ ਨਹੀਂ ਹੈ ਕਿ ਜਿਹਦਾ ਚਿੱਤ ਕਰਦਾ ਦੇਵੇ, ਪਰ ਉਹ ਸਪੋਜ਼ ਟੂ ਆ ਦੇਵੇ, ਦਸਵੰਧ ਦੇਵੇ ਜਾ ਕੇ। ਉਸ ਟਾਈਮ ਕੀ ਹੋ ਗਿਆ ਸੀਗਾ ਵੀ ਜ਼ਕਾਤ ਜ਼ਬਰਦਸਤੀ ਸ਼ੁਰੂ ਕਰ ਦਿੱਤੀ ਸੀ, ਜਜ਼ੀਆ ਵੀ। ਸੋ ਹਿੰਦੂ ਵੀ ਅਫੈਕਟਡ ਸੀਗੇ, ਮੁਸਲਮਾਨ ਵੀ ਅਫੈਕਟਡ ਸੀ। ਇੱਕ ਜ਼ਮੀਨਾਂ ਦੇ ਉੱਤੇ ਜਗੀਰਦਾਰਾਂ ਤੋਂ ਜ਼ਿਆਦਾ ਟੈਕਸ ਲੱਗ ਗਿਆ। ਜਗੀਰਦਾਰਾਂ ਨੇ ਕਹਾ ਹੋਰ ਟਾਈਟ ਕਰ ਦਿੱਤੇ, ਜਿਹੜੇ ਮਜ਼ਾਰੇ ਟਾਈਟ ਕਰਤੇ, ਮਜ਼ਾਰੇ ਮਰਨ ਵਾਲੀ ਸਥਿਤੀ ਦੇ ਵਿੱਚ ਪਹੁੰਚ ਚਲੇ ਗਏ ਸੀ। ਫਿਰ ਉਹ ਜਿਹੜੀ ਪੋਜੀਸ਼ਨ ਆ ਗਈ ਸੀ ਵੀ ਹੁਣ ਜਬੀ ਬਾਣ ਲੱਗ ਗਿਆ ਤਬੀ ਰੋਹ ਜਾਗੇ। ਫਿਰ ਉਹਨੇ ਕਿਹਾ ਬਾਣ ਤਾਂ ਲੱਗਤਾ, ਗੌਰਮੈਂਟ ਨੇ ਮਾਰ ਦਿੱਤੇ ਬਾਣ ਦਾ ਟੈਕਸ ਲਾ ਕੇ ਲੋਕਾਂ ਦਾ ਕਚੂਮਰ ਕੱਢ ਦਿੱਤਾ। ਲੋਕ ਤਾਂ ਤਿਆਰ ਬੈਠੇ ਸੀਗੇ ਵੀ ਸਾਨੂੰ ਜਿਹੜਾ ਹੈਗਾ ਕੋਈ ਰਾਹ ਦਿਖਾਲੇ ਬੰਦਾ ਜਾ ਕੇ ਵੀ ਸਾਨੂੰ ਇਸ ਜ਼ਿੰਦਗੀ 'ਚੋਂ ਨਿਜਾਤ ਕੋਈ ਦਵਾਵੇ। ਉਹ ਫਿਰ ਨਿਜਾਤ ਉਹਨੇ ਦਵਾਈ ਉਹਦੀ ਜਾ ਕੇ। ਸੋ ਉਹ ਜਿਹੜਾ ਹੈਗਾ ਜਿਹੜਾ ਸਪਿਰਿਚੁਅਲ ਪੱਖ ਮੈਂ ਕਿਹਾ ਵੀ ਉਹਨੂੰ ਆਪਾਂ ਟੈਕਸਿਸ ਦਾ ਜਿਹੜਾ ਪੱਖ ਸੀਗਾ ਉਹ ਵੀ ਇੱਕ ਵਾਰੀ ਦੱਸੋ, ਕਿਉਂਕਿ ਅੱਜ ਦੀ ਦੁਨੀਆ ਤੇ ਉਹ ਗੱਲ ਬਹੁਤ ਢੁੱਕਦੀ ਹੈ। ਹਾਂ, ਅੱਜ ਦੀ ਦੁਨੀਆ ਉਦੋਂ ਵੀ ਹਾਲਾਤ ਇਹੀ ਸੀ ਜਦੋਂ ਤੁਸੀਂ ਓਵਰ ਟੈਕਸ ਕਰੀ ਜਾਂਦੇ ਹੋ ਪਬਲਿਕ ਨੂੰ, ਪਬਲਿਕ ਇੱਕਦਮ ਭੜਕਣ ਨੂੰ ਤਿਆਰ ਸੀ, ਲੀਡਰ ਚਾਹੀਦਾ ਸੀ। ਲੀਡਰਸ਼ਿਪ ਗੁਰੂ ਸਾਹਿਬ ਨੇ ਪ੍ਰਦਾਨ ਕਰ ਦਿੱਤੀ। ਦੇਖੋ ਤਿੰਨ ਸਾਹਿਬ, ਆਪਾਂ ਤੁਹਾਨੂੰ ਯਾਦ ਹੋਣਾ ਆਪਾਂ ਕਰੰਟ ਇਵੈਂਟ 'ਤੇ ਗੱਲ ਬਹੁਤ ਘੱਟ ਆ, ਕਰਦੇ ਹੀ ਨਹੀਂ ਹੈ ਜਾ ਕੇ। ਠੀਕ ਹੈ, ਪੋਲੀਟਿਕਸ 'ਤੇ ਗੱਲ ਨਹੀਂ ਕਰਦੇ, ਪਰ ਹਰ ਮੂਵਮੈਂਟ ਨੂੰ ਜਿਹੜੇ ਜਨਮ ਤਾਂ ਹਾਲਾਤ ਹੀ ਦਿੰਦੇ ਆ ਨਾ ਜੀ। ਜਦ ਕੋਈ ਹਾਲਾਤ ਇੱਦਾਂ ਦੇ ਪੈਦਾ ਹੋ ਜਾ, ਮੂਵਮੈਂਟ ਪੈਦਾ ਹੋ ਜਾਂਦੀ ਹੈ। ਫਿਰ ਹੁਣ ਦੇਖੋ ਮੂਵਮੈਂਟ ਨੂੰ ਸਕਸੈਸ ਹੋਣ ਦੇ ਲਈ ਕੀ ਹੈ, ਪਹਿਲੀ ਗੱਲ ਤਾਂ ਹਾਲਾਤ ਹੋਣ ਜੀ, ਹਾਲਾਤ ਪੈਦਾ ਹੋਣ। ਹਾਲਾਤ ਪੈਦਾ ਹੋਏ ਸੀ ਉਸ ਵੇਲੇ। ਹਾਲਾਤ ਪੈਦਾ ਹੋਣ ਦੇ ਨਾਲ ਫਿਰ ਜਿਹੜੀ ਹੈਗੀ ਆ ਇੱਕ ਆਰਗੇਨਾਈਜੇਸ਼ਨ ਹੋਵੇ ਜਿਹੜੀ ਉਸ ਹਾਲਾਤ ਦਾ ਫਾਇਦਾ ਉਠਾ ਸਕੇ, ਔਰ ਫਿਰ ਉਸ ਆਰਗੇਨਾਈਜੇਸ਼ਨ ਦੇ ਵਿੱਚ ਲੀਡਰਸ਼ਿਪ ਇੱਦਾਂ ਦੀ ਹੋਵੇ ਜਾ ਕੇ ਜਿਹੜੀ ਉਹਨੂੰ ਸੇਧ ਦਿਖਾ ਸਕੇ। ਜਿਹੜੀਆਂ ਸਾਰੀਆਂ ਚੀਜ਼ਾਂ ਪੂਰੀਆਂ ਹੋਈਆਂ ਸੀ ਗੁਰੂ ਸਾਹਿਬ ਨੇ ਵੀ ਕੀਤਾ। ਜਿਹੜੀ ਚੰਗੀ ਗੱਲ ਕੀਤੀ ਨਾ ਜੀ, ਉਹਨੇ ਇਹ ਕੀਤੀ ਸੀ ਵੀ ਲੀਡਰਸ਼ਿਪ ਜਿਹੜੀ ਉਹਨੇ ਇੱਕ ਬੰਦੇ ਦੇ ਹੱਥ 'ਚ ਨਹੀਂ ਦਿੱਤੀ ਹੈ, ਕੋਲੈਕਟਿਵ ਲੀਡਰਸ਼ਿਪ ਦੇ ਦਿੱਤੀ ਜਾ ਕੇ। ਵੀ ਇਹ ਜਿਹੜੇ ਆ ਇਹ ਸਾਰੇ ਪੰਜ ਪਿਆਰੇ ਜਿਹੜੇ ਆ ਇਹ ਲੀਡ ਕਰੇ। ਕਿਸ ਵਾਰ ਇਹ ਬਣਾਤਾ ਜਾ ਕੇ ਤਾਂ ਕਿ ਉਹਨਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਵੀ ਇੱਕ ਬੰਦਾ ਜੇ ਇੱਧਰ ਕਰਾਹੇ ਕਰੂਹੇ ਪੈ ਗਿਆ ਤਾਂ ਫਿਰ ਜਿਹੜੀ ਹੈਗੀ ਮੂਵਮੈਂਟ ਤਾਂ ਖਰਾਬ ਹੋ ਜੂਗੀ। ਇਹ ਪੰਜ ਜਿਹੜੇ ਹੈਗੇ ਆ, ਪੰਜ ਆਪਣਾ ਸਾਂਝਾ ਫੈਸਲਾ ਕਰਕੇ ਜਿਹੜੀ ਮੂਵਮੈਂਟ ਅੱਗੇ ਚਲਾਉਣ ਜਾ ਕੇ। ਸੋ ਥਿੰਨ ਸਾਹਿਬ ਇਹ ਡੈਮੋਕ੍ਰੈਟਿਕ ਇਸ਼ੂ ਵੀ ਸੀ, ਡੈਮੋਕ੍ਰੈਟਿਕ ਸੀ, ਇੰਨਾ ਡੈਮੋਕ੍ਰੈਟਿਕ। ਥਿੰਨ ਸਾਹਿਬ ਮੈਂ ਤਾਂ ਕਈ ਵਾਰ ਸੋਚਦਾ ਹੁੰਦਾ ਵੀ ਇਹ ਸਿੱਖ ਰਿਲੀਜਨ ਇੰਨਾ ਯੂਨੀਕ ਰਿਲੀਜਨ ਆ, ਇੰਨਾ ਯੂਨੀਕ ਰਿਲੀਜਨ ਹੈ ਜਿਹਦਾ ਗੁਰੂ ਇਹ ਕਹਿ ਰਿਹਾ ਵੀ ਲੋਕਾਂ ਨੂੰ ਕਹਿ ਰਿਹਾ ਮੈਂ ਤੁਹਾਤੋਂ ਹੇਠਾਂ ਆ, ਤੁਸੀਂ ਮੇਰੇ ਤੋਂ ਉੱਪਰ ਆ। ਦੁਨੀਆ ਦੇ ਵਿੱਚ ਜਿੱਥੇ ਤੱਕ ਮੇਰੀ ਨੌਲੇਜ ਹੈ ਅੱਜ ਤੱਕ ਕੋਈ ਰਿਲੀਜੀਅਸ ਲੀਡਰ ਇੱਦਾਂ ਦਾ ਨਹੀਂ ਹੋਇਆ ਜਿਹਨੇ ਲੋਕਾਂ ਨੂੰ ਕਿਹਾ ਵੀ ਤੁਸੀਂ 21 ਵਿਸਵੇ ਆ ਤਾਂ ਮੈਂ 20 ਵਿਸਵੇ ਆ, ਤੁਸੀਂ ਮੇਰੇ ਤੋਂ ਉੱਪਰ ਆ।
ਸੋ ਇਹ ਸਾਰੀ ਦੁਨੀਆ ਦਾ ਇਤਿਹਾਸ ਦੇਖ ਲਓ। ਦੇਖੋ ਮੈਂ ਇਤਿਹਾਸ ਤੇ ਇਹ ਨਹੀਂ ਕਹਿੰਦਾ ਮੈਂ ਬਹੁਤ ਪੜ੍ਹਿਆ, ਪਰ ਜਿੰਨਾ ਕਿ ਮੈਂ ਪੜ੍ਹਿਆ ਜਾ ਕੇ ਮੈਨੂੰ ਨਹੀਂ ਅੱਜ ਤੱਕ ਕੋਈ ਧਾਰਮਿਕ ਲੀਡਰ ਇਦਾਂ ਦਾ ਮਿਲਿਆ ਜਿਹੜਾ ਲੋਕਾਂ ਨੂੰ ਕਹਿੰਦਾ ਹੋਵੇ ਵੀ ਤੁਸੀਂ ਮੇਰੇ ਤੋਂ ਉੱਪਰ ਆ, ਮੈਂ ਤੁਹਾਤੋਂ ਹੇਠਾਂ ਜਾ ਕੇ। ਪਾਵਰ ਤੁਹਾਡੇ ਕੋਲ ਆ, ਪਾਵਰ ਮੇਰੇ ਕੋਲ ਨਹੀਂ ਹੈ ਜਾ ਕੇ। ਤਾਂ ਤੁਹਾਨੂੰ ਜਿਹੜਾ ਲੀਡ ਕਰੂਗਾ, ਮੈਂ ਲੀਡ ਨਹੀਂ ਕਰਨਾ, ਇਹ 5 ਪਿਆਰੇ ਲੀਡ ਕਰੂਗੇ। ਔਰ ਇਹ ਜਿਹੜੇ 5 ਪਿਆਰੇ ਜੇ ਮੈਨੂੰ ਵੀ ਹੁਕਮ ਦਊਗੇ ਤਾਂ ਮੈਨੂੰ ਵੀ ਮੰਨਣਾ ਪੈਣਾ ਹੁਕਮ, ਮੈਂ ਇਹਨਾਂ ਤੋਂ ਹੇਠਾਂ ਆ। ਇਹ ਰੀਅਲ ਡੈਮੋਕ੍ਰੇਸੀ, ਇਹ ਰੀਅਲ ਡੈਮੋਕ੍ਰੇਸੀ ਆ। ਇਹ ਤਾਂ ਥਿੰਨ ਸਾਹਿਬ, ਉਹ ਤਾਂ ਮੈਂ ਕਈ ਵਾਰ ਸੋਚਦਾ ਹਾਂ ਇਹੋ ਜਿਹਾ ਮਹਾਨ ਆਦਮੀ ਹੋਏ ਆ ਜਾ ਕੇ ਜਿਹਨੇ ਜਾ ਕੇ ਦੁਨੀਆ ਨੂੰ ਹਿਲਾ ਕੇ, ਬੜੇ ਛੋਟੇ ਲੈਵਲ ਤੇ ਹੋ ਸਕਦਾ ਬਾਅਦ ਦੇ ਵਿੱਚ ਉਹ ਕੁਛ ਨਾ ਹੋਇਆ ਹੋਵੇ ਜੋ ਜਿੱਦਾਂ ਉਹ ਨਹੀਂ ਹੋਇਆ, ਪਰ ਜਿੱਦਾਂ ਉਹਨੇ ਖੜੀ ਕੀਤੀ ਮੂਵਮੈਂਟ, ਇਹ ਤਾਂ ਫੈਲਣ ਵਾਲੀ ਸੀ। ਹੌਲੀ ਹੌਲੀ ਫੈਲ ਤਾਂ ਗਈ ਦੁਨੀਆ ਦੇ ਵਿੱਚ, ਹੌਲੀ ਹੌਲੀ ਸਾਰੇ ਸਿਸਟਮ ਤਾਂ ਦੇਖੋ ਜਿਹੜਾ ਹੈਗਾ ਫਿਊਡਲਿਜ਼ਮ ਹੌਲੀ ਹੌਲੀ ਨਿਕਲਣ ਲੱਗ ਪਿਆ, ਖਤਮ ਹੋ ਗਿਆ, ਨਵਾਂ ਸਿਸਟਮ ਆ ਰਿਹਾ ਜਾ ਕੇ। ਸੋ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ, ਇਹ ਪੰਜਾਬ ਦੇ ਵਿੱਚ ਤਾਂ ਜੇ ਥੋੜ੍ਹੀ ਬਹੁਤ ਜਗੀਰਦਾਰੀ ਹੋਈ ਆ, ਇਹ ਤਾਂ ਬਾਅਦ ਦੇ ਵਿੱਚ ਜਾ ਕੇ ਸ਼ੁਰੂ ਹੋਇਆ, ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਜਗੀਰਾਂ ਦੇਣੀਆਂ ਸ਼ੁਰੂ ਕੀਤੀਆਂ, ਉਸ ਵੇਲੇ ਜਾ ਕੇ ਸ਼ੁਰੂ ਹੋਇਆ। ਨਹੀਂ ਇੱਥੇ ਜਗੀਰਦਾਰੀ ਤਾਂ ਸਿਸਟਮ ਉਸ ਵੇਲੇ, ਜਿਸ ਵੇਲੇ ਸਿੱਖ ਸਟਰਗਲ ਫਾਰ ਇੰਡੀਪੈਂਡੈਂਸ ਚੱਲੀ ਹੈ, ਜੇ ਹੁਣ ਬੰਦੇ ਬਹਾਦਰ ਨੇ 1708 ਤੋਂ ਲੈ ਕੇ 1716 ਤੱਕ ਸਾਰੇ ਪੰਜਾਬ ਦੇ ਜਗੀਰਦਾਰ ਖਤਮ ਹੋ ਗਏ ਸੀ। ਸਾਰੀ ਜ਼ਮੀਨ ਜਿਹੜੀ ਸੀ ਪੰਜਾਬ ਦੀ ਜ਼ਮੀਨ ਸਾਰੀ ਹਲਵਾ ਦੇ ਮਜ਼ਾਰਿਆਂ ਦੇ ਕੋਲ, ਸਾਰੇ ਮਜ਼ਾਰਿਆਂ ਦੇ ਕੋਲ, ਮਜ਼ਾਰੇ ਰਹੇ ਨਹੀਂ ਸੀ, ਜ਼ਮੀਨਾਂ ਦੇ ਮਾਲਕ ਬਣ ਗਏ ਸੀ 8 ਸਾਲਾਂ ਦੇ ਵਿੱਚ। ਔਰ ਉਹ ਤੋਂ ਬਾਅਦ ਜਿਸ ਵੇਲੇ ਸਿੱਖ ਮਿਸਲਾਂ ਆਈਆਂ, ਸਿੱਖ ਮਿਸਲਾਂ ਨੇ ਸਟਰਗਲ ਫਾਰ ਇੰਡੀਪੈਂਡੈਂਸ ਲੜੀ ਆ ਜਾ ਕੇ, ਸਮਝੋ ਕਹਿ ਲਓ 1768 ਦੇ ਵਿੱਚ ਉਹ ਕਬਜ਼ਾ ਪੰਜਾਬ ਦੇ ਵਿੱਚ ਸਾਰਿਆਂ ਮਿਸਲਾਂ ਦਾ ਸਾਰੀਆਂ ਦਾ ਹੋ ਗਿਆ। ਇੱਕ ਇਹੀ ਇਸ਼ੂ ਏਸੀ ਬਿਲਕੁਲ ਹੂਬਹੂ 19ਵੀਂ ਸਦੀ ਦੇ ਵਿੱਚ ਵੀ ਆਇਆ, ਫਿਰ ਵੀ ਇਹ ਆਵਾਜ਼ ਉੱਠੀ ਉਸ ਵੇਲੇ ਵੀ, ਕੁਝ ਸਿਆਸੀ ਪਾਰਟੀਆਂ ਨੇ ਉਠਾਈ ਕਿ ਜਿਹੜਾ ਜ਼ਮੀਨ ਹੈ ਉਹ ਹਲ ਵਾਹਕ ਦੀ ਆ, ਉਹੀ ਮਾਲਕ ਆ ਉਹਦਾ, ਜਿਹੜਾ ਜ਼ਮੀਨ ਹਲ ਵਾਹਕ ਦੀ ਆ। ਹਲਵਾਹਕ ਹੁਣ ਤੱਕ ਇਹੀ ਚੱਲਦਾ ਜੀ, ਹੁਣ ਤੱਕ ਇਹੀ ਚੱਲਦਾ, ਕਿਉਂਕਿ ਜਿਹੜਾ ਦੇਖੋ ਜਿਹੜੀਆਂ ਦੂਜੀਆਂ ਫੋਰਸਿਸ ਆ, ਉਲਟ ਫੋਰਸਿਸ ਆ, ਉਹ ਗਾਹੇ ਬਗਾਹੇ ਸਿਰ ਚੱਕਦੀਆਂ ਰਹੀਆਂ, ਚਾਹੇ ਇੱਕ ਵਾਰ ਤਾਂ ਉਹ ਨੱਪ ਦਿੱਤੀਆਂ ਜਾ ਕੇ। ਫਿਰ ਜਿਹੜੀ ਤੁਸੀਂ ਦੇਖੋ ਸਿੱਖ ਮੂਵਮੈਂਟ ਚੱਲੀ ਆ, ਉਹਦੇ ਬਾਅਦ ਦੇ ਵਿੱਚ ਮਿਸਲਾਂ ਦੇ ਟਾਈਮ ਦੇ ਵਿੱਚ ਇਹ ਆਪਣੇ ਜੱਸਾ ਸਿੰਘਾਲੂ ਵਾਲੇ ਤੋਂ ਲੈ ਕੇ ਅੱਗੇ ਤੱਕ ਇਹ ਸਾਰੀ ਉਹਨਾਂ ਸਿਧਾਂਤਾਂ 'ਤੇ ਚੱਲੀ ਹੈ ਕਿ ਨਹੀਂ ਬਈ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਓ, ਇੱਥੇ ਬੈਠ ਕੇ ਸਰਬੱਤ ਖਾਲਸਾ ਕਰੋ, ਸਰਬੱਤ ਖਾਲਸੇ ਦਾ ਜਿਹੜਾ ਫੈਸਲਾ ਹੋਊਗਾ ਗੁਰਮਤਾ ਕਰੋ, ਗੁਰਮਤੇ ਦੇ ਰਾਹੀਂ ਫੈਸਲਾ ਕਰੋ ਜਾ ਕੇ। ਉਸ ਵੇਲੇ ਤੱਕ ਇਹ ਚੱਲਦਾ ਰਿਹਾ ਜਾ ਕੇ। ਉਹ ਵੀ ਡੈਮੋਕ੍ਰੈਟਿਕ ਸਿਸਟਮ ਸੀ, ਪਰ ਉਹ ਡੈਮੋਕ੍ਰੈਟਿਕ ਸਿਸਟਮ ਮੈਨੂੰ ਇੱਦਾਂ ਲੱਗਦਾ ਕਿਉਂਕਿ ਫਿਊਡਲਿਜ਼ਮ ਜਿਸ ਵੇਲੇ ਤਾਜ਼ਾ ਟੁੱਟਾ, ਉਹਦੇ ਵਿੱਚ ਡੈਮੋਕ੍ਰੈਟਿਕ ਸਿਸਟਮ ਇੰਨੀ ਛੇਤੀ ਪੈਰ ਨਹੀਂ ਆਪਣੇ ਤਕੜੇ ਕਰ ਸਕਿਆ ਜਾ ਕੇ, ਕਿਉਂਕਿ ਸਮਾਂ ਉਸ ਵੇਲੇ ਹੈ ਨਾ ਸੀ ਜਾ ਕੇ। ਕਿਉਂਕਿ ਗੁਰੂ ਸਾਹਿਬ ਨੇ ਆਪਣੇ ਸਮੇਂ ਤੋਂ ਕਾਫੀ ਪਹਿਲਾਂ ਦੀ ਗੱਲ ਕਰ ਦਿੱਤੀ ਸੀ ਜਾ ਕੇ ਵੀ ਇੱਦਾਂ ਦੀ ਲੀਡਰਸ਼ਿਪ ਚਾਹੀਦੀ ਹੈ। ਇਹ ਲੀਡਰਸ਼ਿਪ ਤਾਂ ਹੁਣ ਨਹੀਂ ਇੱਦਾਂ ਦੀ ਆਉਂਦੀ, ਇੱਕ ਬੰਦਾ ਹੁਣ ਲਈ ਫਿਰਦਾ ਸਾਰੀ ਪਾਵਰ ਜਿਹੜੀ ਆ ਉਹ ਕਿਸੇ ਨੂੰ ਸ਼ੇਅਰ ਕਰਨ ਦਿੰਦਾ ਕਿਤੇ। ਤਿੰਨ ਸਾਹਿਬ ਜਾਣਬੁੱਝ ਕੇ ਕੌਣ ਪਾਵਰ ਸ਼ੇਅਰ ਕਰਦਾ ਆਪਣੀ ਜਾ ਕੇ, ਜਾਣਬੁੱਝ ਕੇ ਜੇ ਪਾਵਰ ਸ਼ੇਅਰ ਕੀਤੀ ਆ ਤਾਂ ਸਿਰਫ ਗੁਰੂ ਸਾਹਿਬ ਨੇ ਜੇ ਕੀਤੀ ਆ। ਔਰ ਇਹਦਾ ਸਾਰਾ ਹੀ ਕ੍ਰੈਡਿਟ ਜਿਹੜਾ ਉਸ ਇੱਕ ਈਵੈਂਟ ਨੂੰ ਜਾਂਦਾ 1699 ਦੀ ਵਿਸਾਖੀ ਵਾਲੇ ਈਵੈਂਟ। ਇੱਕ ਸੱਚ ਗੱਲ ਮੇਰੇ ਹੋਰ ਦਿਮਾਗ ਦੇ ਵਿੱਚ ਆ ਗਈ ਜਾ ਕੇ, ਉਹ ਮੈਂ ਜਾਣਦਾ ਹਾਂ, ਕਹਿਣ ਲੱਗਾ ਪਹਿਲਾਂ ਕਹਿਣੀ ਚਾਹੀਦੀ ਸੀ ਮੈਨੂੰ। 1699 ਦੀ ਵਿਸਾਖੀ ਉਹਨੇ ਕਿਉਂ ਚੁਣਿਆ, ਇਹਦੇ ਤੇ ਵੀ ਸਿੱਖ ਵਿਦਵਾਨ ਆਪਣੇ ਜਿਹੜੇ ਹੈਗੇ ਆ ਇਹਦੇ ਤੇ ਖੋਜ ਕਰਨ, ਕਿਉਂਕਿ ਜਿਹੜੀ ਕਿਤਾਬ ਲਿਖੀ ਆ ਕਰਮ ਸਿੰਘ ਹਿਸਟੋਰੀਅਨ ਨੇ ਕੱਤਕ ਕੇ ਵਿਸਾਖ, ਉਹਦੇ ਵਿੱਚ ਉਹਨੇ ਸਾਬਤ ਕਰ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ 'ਚ ਹੋਇਆ ਸੀ। ਸੋ ਹੋ ਸਕਦਾ ਪੋਸੀਬਿਲਿਟੀ ਆ ਵੀ ਖਾਲਸੇ ਦੀ ਕ੍ਰੀਏਸ਼ਨ ਉਹ ਉਸੇ ਦਿਨ ਕਰਨੀ ਚਾਹੁੰਦੇ ਹੋਣ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇੱਧਰ ਵੀ ਸਿੱਖ ਵਿਦਵਾਨਾਂ ਨੂੰ ਮੇਰੀ ਬੇਨਤੀ ਆ ਵੀ ਇੱਧਰ ਧਿਆਨ ਦੇਣ, ਇੱਧਰ ਰਿਸਰਚ ਕਰਕੇ ਇਹਦੇ ਬਾਰੇ ਰਿਸਰਚ, ਔਰ ਫਿਊਡਲਿਜ਼ਮ ਦਾ ਜਿਹੜਾ ਪਤਨ ਪੰਜਾਬ ਦੇ ਵਿੱਚ ਹੋਇਆ ਔਰ ਉਹਦੇ ਵਿੱਚ ਜਿਹੜੀ ਖਾਲਸੇ ਦੀ ਕ੍ਰੀਏਸ਼ਨ ਹੈ ਇਹਦਾ ਕੀ ਰੋਲ ਆ, ਇਹਦੇ ਵਿੱਚ ਹੋਰ ਕੰਮ ਕਰਨ ਜਾ ਕੇ ਲੋਕਾਂ ਨੂੰ ਪਤਾ ਲੱਗੇ ਵੀ ਰੀਅਲ ਮਾਇਨਿਆਂ ਦੇ ਵਿੱਚ ਜਿਹੜੇ ਹੈਗਾ ਆ ਮੁਜ਼ਾਹਰਾ ਪ੍ਰਥਾ ਨੂੰ ਖਤਮ ਕਰਨ ਵਾਲਾ ਕੌਣ ਆ ਪੰਜਾਬ ਦੇ ਵਿੱਚ, ਉਹਦਾ ਮੋਹਰੇ ਅੱਗੇ ਤਾਂ ਆਵੇ ਹੋ ਜਾ ਕੇ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਸ਼ੁਕਰੀਆ। ਉਮੀਦ ਕਰਦਾ ਹਾਂ ਹਰਜਿੰਦਰ ਸਿੰਘ ਥਿੰਦ ਉਹਨਾਂ ਦੇ ਨਾਲ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਦੀ ਗੱਲਬਾਤ ਸਾਡੇ ਸਾਰੇ ਹੀ ਦਰਸ਼ਕਾਂ ਨੇ ਪਸੰਦ ਕੀਤੀ ਹੋਵੇਗੀ ਅਤੇ ਇਹ ਗੱਲਬਾਤ ਅਸੀਂ YouTube ਦੇ ਉੱਤੇ ਵੀ ਪੋਸਟ ਕਰ ਦਿੱਤੀ ਹੈ ਤਾਂ ਕਿ ਵੱਧ ਤੋਂ ਵੱਧ ਸਰੋਤਿਆਂ ਤੇ ਦਰਸ਼ਕਾਂ ਤੱਕ ਅਤੇ ਸਾਡੇ ਸਿੱਖ ਹਿਸਟੋਰੀਅਨ ਅਤੇ ਬੁੱਧੀਜੀਵੀਆਂ ਤੱਕ ਇਹ ਗੱਲਬਾਤ, ਇਹ ਵਿਸ਼ਾ ਪਹੁੰਚ ਸਕੇ ਤਾਂ ਕਿ ਇਸ ਦੇ ਉੱਤੇ ਹੋਰ ਵੀ ਜਿਹੜਾ ਵੱਧ ਚੜ੍ਹ ਕੇ ਕੰਮ ਕੀਤਾ ਜਾਵੇ ਤੇ ਲੋਕਾਂ ਦੇ ਸਾਹਮਣੇ ਜਿਹੜਾ ਹੈ ਇਸ ਨੂੰ ਨਿਖਾਰ ਕੇ ਪੇਸ਼ ਕੀਤਾ ਜਾ ਸਕੇ। ਬਾਕੀ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਹੈ, ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਜਿਹੜੀ ਹੈ ਦੁਨੀਆ ਦੇ ਵਿੱਚ ਪਹੁੰਚ ਰਹੀ ਹੈ, ਪਰ ਉੱਥੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ
ਉਹ ਨਿਧੜਕ ਹੋ ਕੇ ਬੇਖੌਫ ਹੋ ਕੇ ਬਹਾਦਰੀ ਦੇ ਨਾਲ ਇਸ ਸੰਘਰਸ਼ ਨੂੰ ਬੜੀ ਕਾਮਯਾਬੀ ਦੇ ਨਾਲ ਚੰਗੀ ਜਿਹੜੀ ਲੀਡਰਸ਼ਿਪ ਹੈ ਉਸ ਦੇ ਅਧੀਨ ਚਲਾ ਰਹੇ ਹਨ। ਆਪਣੇ ਦਿਨ ਤਿਉਹਾਰ ਵੀ ਕਿਸਾਨੀ ਮੋਰਚੇ ਤੇ ਹੀ ਮਨਾ ਰਹੇ ਹਨ, ਜਿੱਥੇ ਬਾਕੀ ਦੇ ਤਿਉਹਾਰ ਵੀ ਉੱਥੇ ਮਨਾਏ ਗਏ। ਵਿਸਾਖੀ ਵੀ ਬੜੀ ਧੂਮਧਾਮ ਨਾਲ ਮਨਾਈ ਗਈ ਅਤੇ ਚੰਗੇ ਇਵੈਂਟਸ ਕਰਾਏ ਜਾ ਰਹੇ ਹਨ। ਵਿਸਾਖੀ ਦੇ ਮੌਕੇ ਦੇ ਉੱਤੇ ਟੂਰਨਾਮੈਂਟ ਵੀ ਕਰਾਏ ਗਏ। देश प्रदेश टीवी देख रहे सारे दर्शकों का ते रेड FM सुनने वाले सारे ਸਰੋਤਿਆਂ ਦਾ स्वागत। मैं अनुजा शर्मा ते इस वक्त ਅਸੀਂ ਪਹੁੰਚੇ ਹੋਏ ਹਾਂ ਜੀ ਟਿਕਰੀ ਬਾਰਡਰ ਤੇ। ਵਿਸਾਖੀ ਦਾ ਤਿਉਹਾਰ ਦਿੱਲੀ ਦੀ ਬਰੂਹਾਂ ਤੇ ਮਨਾਇਆ ਜਾ ਰਿਹਾ ਆ। ਅਸੀਂ ਸਭ ਜਾਣਦੇ ਹਾਂ ਵਿਸਾਖੀ ਦਾ ਤਿਉਹਾਰ ਸਾਡੇ ਵਾਸਤੇ ਕਿੰਨਾ ਵੱਡਾ ਮਹੱਤਵ ਰੱਖਦਾ ਆ। ਜੇਕਰ ਉੱਥੇ ਹੀ ਗੱਲ ਕੀਤੀ ਜਾਵੇ ਨੌਜਵਾਨ ਸੰਖਿਆ ਨੂੰ ਆਪਣੇ ਨਾਲ ਕਿਸ ਤਰੀਕੇ ਨਾਲ ਇਸ ਅੰਦੋਲਨ ਦੇ ਵਿੱਚ ਜੋੜਿਆ ਜਾ ਰਿਹਾ ਆ ਤੇ ਵਿਸਾਖੀ ਦੇ ਤਿਉਹਾਰ ਤੇ ਇੱਥੇ ਟਿਕਰੀ ਬਾਰਡਰ ਤੇ ਖੇਡ ਦਾ ਮੁਕਾਬਲੇ ਕਰਵਾਏ ਜਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਬੱਡੀ ਦੇ ਮੁਕਾਬਲੇ ਹੋ ਰਹੇ ਨੇ, ਕੁਸ਼ਤੀਆਂ ਹੋ ਰਹੀਆਂ ਨੇ, ਵੱਖ-ਵੱਖ ਤਰੀਕੇ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਤਾਂ ਕਿ ਜਿਹੜੇ ਲੋਕ ਹੈਗੇ ਆ, ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ, ਉਹ ਇਸ ਅੰਦੋਲਨ ਦੇ ਨਾਲ ਜ਼ਿਆਦਾ ਜੁੜ ਸਕਣ। ਮੇਰੇ ਨਾਲ ਮੌਜੂਦ ਨੇ ਡਾਕਟਰ ਸਵੈਮਾਨ ਜੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਹੁਤ-ਬਹੁਤ ਸਵਾਗਤ ਮਾਨ ਸਾਹਿਬ। हाँ धन्यवाद जी। राम राम, कैसे हैं आप? ਬਹੁਤ ਵਧੀਆ। ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਨੀ ਆ, ਜਿਵੇਂ ਕਿਸਾਨੀ ਅੰਦੋਲਨ ਚੱਲ ਰਿਹਾ ਆ, ਅੱਜ ਵਿਸਾਖੀ ਦੇ ਮੌਕੇ ਤੇ ਤੁਸੀਂ ਇਹ ਖੇਡਾਂ ਦੇ ਮੁਕਾਬਲੇ ਕਰਵਾ ਰਹੇ ਹੋ। ਕਿਸ ਤਰੀਕੇ ਨਾਲ ਇੱਥੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਇਹਨੂੰ ਆਪਣੇ ਨਾਲ ਹੋਰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਸਾਡੀ ਕੋਸ਼ਿਸ਼, ਇਹ ਕੋਈ ਕੋਸ਼ਿਸ਼ ਨਹੀਂ, ਐਕਚੁਅਲੀ ਨੌਜਵਾਨ ਤੇ ਜੁੜੇ ਆ ਜੀ। ਰੀਜ਼ਨ ਇਹਦਾ ਮਨਾਉਣ ਦੇ ਦੋ ਨੇ। ਇੱਕ 102 ਸਾਲ ਪਹਿਲਾਂ 1919 ਵਿੱਚ ਜਲਿਆਂਵਾਲਾ ਬਾਗ ਹੋਇਆ ਸੀ। ਜਦੋਂ ਆਵਾਮ ਨੇ, ਆਪਣੀ ਸਰਕਾਰ ਨੇ ਕਿਹਾ ਸੀ ਆਵਾਮ ਨੂੰ ਕਿ ਤੁਹਾਨੂੰ ਅਸੀਂ ਕਹਿੰਦੇ ਆ ਕਿ ਤੁਸੀਂ ਕੁਝ ਨਹੀਂ ਕਰ ਸਕਦੇ, ਵਿਸਾਖੀ ਨਹੀਂ ਤੁਸੀਂ ਮਨਾਉਣੀ। ਅਸੀਂ ਉਦੋਂ ਵੀ ਮਨਾਈ ਸੀ, ਹਿੰਦੂ ਵੀ ਆਏ, ਸਿੱਖ ਵੀ ਆਏ। ਅੱਜ 102 ਸਾਲ ਬਾਅਦ ਫਿਰ ਉਹੀ ਹਾਲ ਹੋ ਗਿਆ। ਸਰਕਾਰ ਦੇ ਖਿਲਾਫ, ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਲੋਕਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ। ਅਸੀਂ ਨਹੀਂ ਡਰਾਂਗੇ, ਅਸੀਂ ਨਹੀਂ ਧਮਕਾਂਗੇ। ਅਸੀਂ ਇਕੱਠੇ ਹਿੰਦੂ, ਸਿੱਖ, ਮੁਸਲਿਮ, ਈਸਾਈ। ਤੁਸੀਂ ਇੱਥੇ ਵੇਖੋਗੇ ਇੱਥੇ ਹਿੰਦੂ ਜ਼ਿਆਦੇ ਆ, ਹਰਿਆਣਵੀ ਜ਼ਿਆਦੇ ਆ, ਪੰਜਾਬੀ ਘੱਟ ਆ। ਸੋ ਨੌਜਵਾਨ ਆਪੇ ਹੀ ਜੁੜ ਜਾਣੇ ਆ ਜੀ, ਕਿਉਂਕਿ ਨੌਜਵਾਨਾਂ ਦੇ ਬਜ਼ੁਰਗ ਜੋ ਇੱਥੇ ਆ। ਸੋ ਉਹ ਸੀ ਇੱਕ ਵੱਡਾ ਰੀਜ਼ਨ। ਇੱਕ ਸੀ ਮੈਂ 4 ਮਹੀਨੇ ਇੱਥੇ ਹੋ ਗਿਆ ਤੇ ਮੈਂ ਵੀ ਤੰਗ ਆ ਗਿਆ ਸੀ ਆਪਣੇ ਬਜ਼ੁਰਗਾਂ ਦਾ ਰੋਜ਼ ਉਹ ਮੂੰਹ ਤੇ ਜਿਹੜੀ ਖਾਮੋਸ਼ੀ, ਮਾਯੂਸੀ ਵੇਖ ਕੇ। ਅਸੀਂ ਕਿਹਾ ਯਾਰ ਅਸੀਂ ਕੁਛ ਐਸਾ ਕਰੀਏ ਕਿ ਯਾਰ ਥੋੜ੍ਹਾ ਜਿਹਾ ਇਹਨਾਂ ਦੇ ਚਿਹਰਿਆਂ ਤੇ ਕੋਈ ਮੁਸਕਰਾਹਟ ਆਵੇ। ਸੋ ਉਹਦੇ ਕਰਕੇ ਵੀ ਸਾਡਾ ਮਨ ਸੀ ਕੋਈ ਨਾ ਕੋਈ ਆਪਣੇ ਆ ਜਿਹੜੀ ਸਾਡੀ ਗੁਰੂ ਸਾਹਿਬਾਂ ਦੀ ਸਾਨੂੰ ਦੇਣ ਆ ਖੇਡਾਂ ਦੀ, ਮੱਲ ਅਖਾੜਿਆਂ ਦੀ, ਖੇਡਾਂ ਦੀ, ਗੱਤਕੇ ਦੀ, ਉਹ ਅੱਜ ਇੱਥੇ ਆਪਾਂ ਕਰਾਉਣੇ ਆ। ਉਹ ਸਾਰੇ ਇੱਥੇ ਕੰਮ ਹੋਊਗਾ। ਕ੍ਰਿਕਟ, ਵਾਲੀਬਾਲ, ਕਬੱਡੀ, ਗੱਤਕਾ, ਨੇਜੇਬਾਜੀ, ਕੁਸ਼ਤੀ, ਟੌਪ ਦੀ ਕੁਸ਼ਤੀ, ਮਤਲਬ ਕਿ ਸਭ ਤੋਂ ਸਾਡੇ ਵੱਡੇ ਪਲੇਅਰ ਸਾਰੀ ਦੁਨੀਆ ਦੇ ਇੱਥੇ ਪਹੁੰਚਣਗੇ। ਰਾਤ ਨੂੰ ਟਰੈਕਟਰ ਮਾਰਚ ਹੋਊਗੀ ਤੇ ਬਾਕੀ ਜੋ ਬਜ਼ੁਰਗਾਂ ਦੀ ਰੇਸ ਹੋਣੀ ਹੋਣੀ, ਨੌਜਵਾਨਾਂ ਦੀ ਰੇਸ। ਸੋ ਜਿੰਨੀਆਂ ਵੀ ਸਾਡੀਆਂ ਖੇਡਾਂ ਇੱਥੇ ਕਰਾ ਸਕਦੇ ਅਸੀਂ ਕਰਾਉਣ ਦੀ ਕੋਸ਼ਿਸ਼ ਕੀਤੀ ਆ। ਓਲੰਪੀਅਨ ਪਹਿਲਵਾਨ ਕਰਤਾਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰਾਂਗੇ। ਮੈਂ ਤੇ ਇਹੋ ਕਹੂੰਗਾ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਬਹੁਤ ਆਉਂਦੇ ਆ, ਉਹਨੂੰ ਬਰਕਰਾਰ ਕਰਦੇ ਹੋਏ ਆਪ ਆਪਣੇ ਟਾਰਗੇਟ ਤੇ ਪਹੁੰਚੋ, ਆਪਣਾ ਟਾਰਗੇਟ ਵੱਲ ਧਿਆਨ ਦਿਓ। ਤੇ ਮੇਰਾ ਖਿਆਲ ਹੈ ਜ਼ਰੂਰ ਜਦੋਂ ਮੰਜ਼ਿਲ ਤੋਂ ਆਪਾਂ ਤੁਰ ਪੈਂਦੇ ਆ ਨਾ, ਦੇਰ ਹੋ ਸਕਦੀ ਆ, ਲੇਟ ਹੋ ਸਕਦੇ, ਪਰ ਟਾਰਗੇਟ ਤੇ ਜ਼ਰੂਰ ਪਹੁੰਚਾਂਗੇ। ਹਰਿਆਣੇ ਵਾਲਿਆਂ ਨੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ। ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਲੱਗਦਾ, ਲੋਕ ਕਹਿੰਦੇ ਸ਼ਾਇਦ ਯਾਰ ਵਿਸਾਖੀ ਆ, ਸਿੱਖੀ ਮਨਾਉਂਦੇ। ਇਹ ਜ਼ਿਆਦੀ ਹਰਿਆਣੇ ਵਾਲਿਆਂ ਦਾ ਇੱਥੇ ਸਾਰਾ ਸੈਟਅਪ ਆ। ਜਿਹੜਾ ਤੁਸੀਂ ਵੇਖੋਗੇ ਇੱਥੇ ਹਰਿਆਣੇ ਵਾਲੇ ਹਿੰਦੂ ਭਾਈਚਾਰਾ ਜ਼ਿਆਦਾ ਹੋਊਗਾ ਸਿੱਖਾਂ ਤੋਂ। ਇਹ ਗੱਲ ਬਹੁਤ ਵੱਡੀ ਆ ਕਿ ਜਿਵੇਂ ਤੁਸੀਂ ਹਰਿਆਣਾ ਭਾਈਚਾਰੇ ਦੀ ਗੱਲ ਕੀਤੀ ਤੇ ਕਿਤੇ ਨਾ ਕਿਤੇ ਪਹਿਲਾਂ ਵੀ ਜਿਹੜੇ ਪੰਜਾਬੀ ਔਰ ਹਰਿਆਣਵੀ ਸੀਗੇ, ਪਹਿਲਾਂ ਵੀ ਉਹਨਾਂ ਦੇ ਵਿੱਚ ਆਪਸੀ ਪਿਆਰ ਸੀਗਾ, ਲੇਕਿਨ ਸਰਕਾਰਾਂ ਨੇ ਆਪਣੇ ਜਿਹੜੇ ਉਹਨਾਂ ਦੇ ਮੋਟਿਵ ਸੀਗੇ ਉਹਨਾਂ ਵਾਸਤੇ ਕਿਤੇ ਨਾ ਕਿਤੇ ਉਹ ਪਿਆਰ ਪ੍ਰੇਮ ਨੂੰ ਅੱਗੇ ਵਧਣ ਨਹੀਂ ਦਿੱਤਾ। ਲੇਕਿਨ ਇਸ ਅੰਦੋਲਨ ਨੇ ਉਸ ਪਿਆਰ ਪ੍ਰੇਮ ਨੂੰ, ਉਸ ਰਿਸ਼ਤੇਦਾਰੀ ਨੂੰ ਬਹੁਤ ਬੜਾਵਾ ਦੇ ਦਿੱਤਾ। ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਤੁਹਾਡੀ ਗੱਲ ਸਹੀ ਆ ਜੀ, 100% ਰਾਈਟ ਆ। ਗੋਰੇ ਤੇ ਸਾਨੂੰ ਡਿਵਾਈਡ ਕਰਦੇ ਸੀ, ਅਸੀਂ ਡਿਵਾਈਡ ਐਂਡ ਰੂਲ ਵਾਲੇ ਬੜਾ ਕੁਝ ਪੁੱਛਿਆ, ਪੜ੍ਹਿਆ, ਪਰ ਸਾਨੂੰ ਨਹੀਂ ਪਤਾ ਕਿ ਕਦੀ ਸਾਡੀਆਂ ਸਰਕਾਰਾਂ ਵੀ ਇੱਦਾਂ ਕਰਨਗੀਆਂ। ਉਹਨਾਂ ਦੀਆਂ ਵੀ ਨੀਤੀਆਂ ਐਸੀਆਂ ਹੋਣਗੀਆਂ ਕਿ ਹਿੰਦੂ ਨੂੰ ਮੁਸਲਮਾਨ ਤੋਂ ਡਿਵਾਈਡ ਕਰ ਦਿਓ ਧਰਮ ਦੇ ਨਾਂ ਤੇ, ਸਿੱਖ ਨੂੰ ਹਿੰਦੂ ਤੋਂ ਧਰਮ ਦੇ ਨਾਮ ਤੇ। ਕਿ ਧਰਮ ਤੇ ਹੁੰਦਾ ਲੋਕਾਂ ਨੂੰ ਯੂਨਾਈਟ ਕਰਨ ਲਈ, ਪਰ ਇੱਥੇ ਧਰਮ ਨੂੰ ਇਸਤੇਮਾਲ ਕੀਤਾ ਲੋਕਾਂ ਨੂੰ ਡਿਵਾਈਡ ਕਰਨ ਲਈ। ਇਹ ਸੰਘਰਸ਼ ਨੇ ਸਾਨੂੰ ਇਕੱਠਿਆਂ ਕਰਤਾ, ਸਾਡਾ ਹਰਿਆਣੇ ਨਾਲ, ਯੂਪੀ ਨਾਲ, ਸਾਰੇ ਨਾਲ ਪਿਆਰ ਵਧਾਤਾ। ਨਿਰਾ ਕਿਸਾਨ ਹੀ ਨਹੀਂ, ਮਜ਼ਦੂਰ ਹੀ ਜੁੜ ਗਿਆ,
ਛੋਟੀਆਂ ਦੁਕਾਨਦਾਰ ਵੀ ਜੁੜ ਗਿਆ, ਸਾਰਾ ਹਰ ਇੱਕ ਬੰਦਾ ਜੁੜ ਗਿਆ ਆ ਤੇ ਵਰਲਡ ਦੇ ਵਿੱਚ ਸਾਰੇ ਬੰਦੇ ਜੁੜ ਗਏ ਆ। ਤੁਸੀਂ ਸਾਨੂੰ ਭਾਵੇਂ SYL ਦਾ ਕਦੀ ਪਾ ਦਿਓ, ਕਦੀ ਆਹ ਪਾਣੀ, ਕਦੀ ਉਹ, ਪਰ ਜਿਹੜੀ ਦਾ ਤੁਹਾਡੀ ਇੱਕ DNA ਹੁੰਦਾ, ਤੁਹਾਡਾ ਖੂਨ ਹੁੰਦਾ, ਜਿਹੜਾ ਤੁਹਾਡੇ ਜੋੜ ਹੁੰਦੇ ਪੁਰਾਣੇ, ਉਹ ਤੁਸੀਂ ਤੋੜ ਨਹੀਂ ਸਕਦੇ। ਸੋ ਗੋਰਿਆਂ ਨੇ ਉਹ ਕੰਮ ਕੀਤਾ, ਅੱਜ ਦੀ ਸਰਕਾਰ ਉਹ ਕਰ ਰਹੀ ਆ, ਪਰ ਉਹ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਨਫ਼ਰਤ ਦੀ ਜਿਹੜੀ ਰਾਜਨੀਤੀ ਹੈ ਨਾ, ਉਹ ਇੱਕ ਜਿੱਦਾਂ ਕਹ ਲੋਗੇ ਇੱਕ ਸਰਕਲ ਆ, ਆਪਣੇ ਆਪ ਨੂੰ ਸਾੜ ਦਿੰਦੀ, ਆਪਣੀ ਪੂਛ ਨੂੰ ਆਪੇ ਅੱਗੇ ਲਾ ਕੇ ਉਹਨੇ ਆਪੇ ਹੀ ਜਲ ਬਲ ਜਾਣਾ। ਮੈਂ ਪਦਮ ਸ਼੍ਰੀ ਹਾਂ, ਅਰਜੁਨਾ ਅਵਾਰਡੀ ਹਾਂ ਔਰ ਮਹਾਰਾਜਾ ਰਣਜੀਤ ਸਿੰਘ ਉਹ ਵੀ ਅਵਾਰਡ ਮਿਲਿਆ ਮੈਨੂੰ ਪੰਜਾਬ ਦਾ। ਡਾਇਰੈਕਟਰ ਸਪੋਰਟਸ ਪੰਜਾਬ ਦਾ ਰਿਹਾ ਮੈਂ 3 올림픽 80 84 88 올림픽 ਖੋਲ੍ਹਿਆ। ਜਿਹੜੀ 88 올림픽 ਦਾ ਮੈਂ ਝੰਡਾ ਲੈ ਕੇ ਚੱਲਿਆ ਸੀ ਅੱਗੇ ਹਿੰਦੁਸਤਾਨ ਦਾ। 3 ਏਸ਼ੀਅਨ ਗੇਮਾਂ ਖੇਲਿਆ, 2 'ਚੋਂ 골ਡ, 1 'ਚੋਂ ਸਿਲਵਰ, 3 ਕਾਮਨਵੈਲਥ ਗੇਮਸ ਦਾ, ਮਤਲਬ 21 ਵਾਰ ਵਰਲਡ ਚੈਂਪੀਅਨ ਬਣਿਆ ਵੈਟਰਨ ਦਾ। ਤੇ ਮੈਨੂੰ ਤੇ ਹਰ ਟਾਈਮ ਅਸੀਂ ਝੰਡੇ ਚੜਾਉਂਦੇ ਰਹੇ, ਹਿੰਦੁਸਤਾਨ ਦੇ ਜਨ ਗਣ ਮਨ ਵੱਜਦੀ ਰਹੀ ਆ ਤੇ ਮਜ਼ਾ ਲੈਂਦੇ ਰਹੇ ਆ। ਤੇ ਇਹਨਾਂ ਨੇ ਜਿਹੜਾ ਕਹਿਤਾ ਵੀ ਸਾਡੇ ਝੰਡੇ ਨੂੰ ਨੁਕਸਾਨ ਪਹੁੰਚਾਇਆ, ਕਿਸਾਨ ਵੀਰਾਂ ਨੇ ਛੇੜਿਆ ਵੀ ਨਹੀਂ ਕਿਸੇ ਨੂੰ। ਸੋ ਉਹਨਾਂ ਦੀ ਜਿਹੜੀ ਨਫ਼ਰਤ ਦੀ ਰਾਜਨੀਤੀ ਉਹ ਜ਼ਿਆਦਾ ਦੇਰ ਨਹੀਂ ਚੱਲ ਸਕਦੀ। ਜਿਹੜੇ ਉਹਨਾਂ ਦੇ ਵੀ ਚੰਗੇ ਲੋਕ ਬਾਹਰ ਆਉਣਗੇ, ਦੂਜੀਆਂ ਪਾਰਟੀਆਂ ਦੇ ਵੀ ਚੰਗੇ ਲੋਕ ਬਾਹਰ ਆਉਣਗੇ। ਆ ਜੋ ਇਸ ਵੇਲੇ ਆਪਾਂ ਵੇਖ ਰਹੇ ਸਾਡੇ ਬਜ਼ੁਰਗਾਂ ਨੂੰ, ਜੋ ਉਹਨਾਂ ਦੇ ਉੱਪਰ ਜੋ ਅਤਿਆਚਾਰ ਹੋ ਰਿਹਾ, ਸੜਕਾਂ ਤੇ ਸੌਣਾ ਪੈਣ ਦਿਆ ਬੀਬੀਆਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਛੋਟੇ ਛੋਟਿਆਂ ਨੂੰ, ਉਹ ਅੱਜ ਨਹੀਂ ਤੇ ਕੱਲ ਖਤਮ ਹੋਊਗਾ। ਤੇ ਸਾਡਾ ਜਿਹੜਾ ਦੇਸ਼ ਆ ਅੱਜ ਦੀ ਸਥਿਤੀ ਤੋਂ ਨਿਕਲੂਗਾ ਤੇ ਪੋਜ਼ਿਟਿਵ ਰਸਤੇ ਵੱਲ ਨਿਕਲੂਗਾ। ਬਿਲਕੁਲ ਜੀ, ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਆਪਣੇ ਇਸ ਸੰਘਰਸ਼ ਨੂੰ ਬਹੁਤ ਹੀ ਸੂਝ-ਬੂਝ ਦੇ ਨਾਲ ਅਤੇ ਬਹਾਦਰੀ ਦੇ ਨਾਲ ਅਤੇ ਬਿਨਾਂ ਕਿਸੇ ਡਰ ਤੋਂ, ਖੌਫ ਤੋਂ ਚਲਾ ਰਹੇ ਹਨ। ਤੇ ਉਧਰ ਜਿਹੜੀ ਤਾਨਾਸ਼ਾਹ ਸਰਕਾਰ ਹੈ ਉਹ ਝੁਕਣ ਦੇ ਵਾਸਤੇ ਤਿਆਰ ਨਹੀਂ। ਦੁਆ ਕਰਦੇ ਹਾਂ ਜੀ ਇਹ ਸੰਘਰਸ਼ ਜਲਦੀ ਤੋਂ ਜਲਦੀ ਖਤਮ ਹੋਵੇ ਅਤੇ ਕਿਸਾਨ ਆਪਣੀ ਸਫਲਤਾ ਦੇ ਨਾਲ ਇਹਨਾਂ ਕਾਨੂੰਨਾਂ ਨੂੰ ਰੱਦ ਕਰਾ ਕੇ ਆਪੋ ਆਪਣੇ ਘਰੀਂ ਰਾਜੀ ਖੁਸ਼ੀ ਪਰਤਣ। ਪ੍ਰੋਗਰਾਮ ਦੇ ਆਖਿਰ ਦੇ ਵਿੱਚ ਤੁਹਾਡੇ ਵਾਸਤੇ, ਤੁਹਾਡੇ ਮਨੋਰੰਜਨ ਦੇ ਵਾਸਤੇ ਇੱਕ ਗੀਤ ਪੇਸ਼ ਕਰਨਾ ਹੈ ਜਿਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਬਲਜਿੰਦਰ ਸਿੰਘ ਅਟਵਾਲ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਇੱਥੇ ਹੀ ਇਜਾਜ਼ਤ ਦਿਓ। ਅਗਲੇ ਹਫ਼ਤੇ ਤੱਕ ਸਤਿ ਸ੍ਰੀ ਅਕਾਲ।